ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੱਚਿਓ। ਅੱਜ ਅਸੀਂ ਕਲਾਸ 7th ਦੀ ਪਹਿਲੀ ਵੀਡੀਓ ਬਣਾਉਣ ਜਾ ਰਹੇ ਹਾਂ। ਅਸੀਂ ਅਪ੍ਰੈਲ ਅਤੇ ਮਈ ਦੇ ਸਿਲੇਬਸ ਦਾ ਜੋ ਮੈਂਸ਼ਨ ਚੈਪਟਰ ਹੈ, ਚੈਪਟਰ 1, ਉਸ ਬਾਰੇ ਪੜ੍ਹਾਂਗੇ ਅੱਜ। ਅਤੇ ਇਹ ਜੋ ਚੈਪਟਰ ਹੈ ਫਿਲਹਾਲ ਮੈਂ PDF ਰੂਪ ਦੇ ਵਿੱਚ ਪੜ੍ਹਾ ਰਿਹਾ। ਬਾਕੀ ਬਾਅਦ ਦੇ ਵਿੱਚ ਅਸੀਂ ਜਦ ਮੇਰੇ ਕੋਲ ਬੁੱਕ ਅਵੇਲੇਬਲ ਹੋਵੇਗੀ ਅਸੀਂ ਬੁੱਕ ਦੇ ਰਾਹੀਂ ਵੀ ਇਸ ਨੂੰ ਪੜ੍ਹਾਂਗੇ। ਚਲੋ ਬੱਚਿਓ, ਅੱਜ ਦਾ ਇਹ ਚੈਪਟਰ ਸ਼ੁਰੂ ਕਰਦੇ ਹਾਂ। ਫਸਟ ਚੈਪਟਰ ਸਾਡਾ 7th ਕਲਾਸ ਦਾ ਕੀ ਨਾਮ ਹੈ ਇਹਦਾ? ਪੌਦਿਆਂ ਵਿੱਚ ਪੋਸ਼ਣ। ਠੀਕ ਹੈ, ਨਿਊਟ੍ਰੀਸ਼ਨ ਇਨ ਪਲਾਂਟਸ। ਠੀਕ ਹੈ, ਕੀ ਮਤਲਬ ਹੈ? ਅਸੀਂ ਇਸ ਚੈਪਟਰ ਦੇ ਵਿੱਚ ਕੀ ਪੜ੍ਹਨਾ? ਅਸੀਂ ਇਹ ਪੜ੍ਹਨਾ ਪੌਦੇ ਕਿੱਦਾਂ ਆਪਣਾ ਖਾਣਾ ਪ੍ਰਾਪਤ ਕਰਦੇ ਨੇ। ਠੀਕ ਹੈ, ਅਤੇ ਉਹਨਾਂ ਨੂੰ ਜਦੋਂ ਖਾਣਾ ਪ੍ਰਾਪਤ ਕਰਦੇ ਆ ਉਸ ਦੇ ਨਾਲ ਹੁੰਦਾ ਕੀ ਹੈ? ਠੀਕ ਹੈ ਨਾ, ਉਹ ਖਾਣੇ ਦਾ ਕੀ ਬਣਦਾ, ਅਤੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਅੰਗ ਪੌਦਿਆਂ ਦੇ, ਠੀਕ ਹੈ ਨਾ, ਕਿਹੜੇ ਕਿਹੜੇ ਅੰਗ ਪੌਦਿਆਂ ਦੇ ਵਰਤੇ ਜਾਂਦੇ ਹਨ ਖਾਣਾ ਬਣਾਉਣ ਲਈ। ਠੀਕ ਹੈ, ਤੁਸੀਂ 6ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ ਕਿ ਸਾਰਿਆਂ ਜੀਵਾਂ ਲਈ ਭੋਜਨ ਜ਼ਰੂਰੀ ਹੈ। ਅਸੀਂ 6ਵੀਂ ਕਲਾਸ ਦੇ ਵਿੱਚ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਕਿਸ ਕਿਸ ਤਰ੍ਹਾਂ ਦਾ ਭੋਜਨ ਹੁੰਦਾ। ਠੀਕ ਹੈ, ਕਾਰਬੋਹਾਈਡਰੇਟ, ਫੈਟ, ਪ੍ਰੋਟੀਨ ਵਗੈਰਾ ਲਿਖਿਆ ਹੋਇਆ ਅਗਲੀ ਲਾਈਨ ਦੇ ਵਿੱਚ। ਤੁਸੀਂ ਇਹ ਵੀ ਪੜ੍ਹ ਚੁੱਕੇ ਹੋ ਕਿ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਿਨ ਅਤੇ ਖਣਿਜ ਭੋਜਨ ਦੇ ਘਟਕ ਹਨ। ਭੋਜਨ ਦੇ ਵਿੱਚ ਕੀ ਕੀ ਪਾਇਆ ਜਾਂਦਾ? ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਿਨ ਅਤੇ ਖਣਿਜ। ਠੀਕ ਹੈ, ਇਹ ਸਾਰੇ ਭੋਜਨ ਦੇ ਵਿੱਚ ਪਾਏ ਜਾਂਦੇ। ਠੀਕ ਹੈ, ਭੋਜਨ ਦੇ ਇਹ ਘਟਕ ਸਾਰੇ ਸਰੀਰ ਲਈ ਜ਼ਰੂਰੀ ਹਨ। ਸਾਨੂੰ ਪਤਾ ਇਹ ਸਾਰੀਆਂ ਚੀਜ਼ਾਂ ਸਾਡੇ ਸਰੀਰ ਲਈ ਜ਼ਰੂਰੀ ਹੁੰਦੀਆਂ ਹਨ ਕਿਉਂਕਿ ਅਸੀਂ ਬੜੇ ਹੋ ਰਹੇ ਹਾਂ। ਸਾਡੇ ਸਰੀਰ ਨੂੰ ਐਨਰਜੀ ਦੀ ਜ਼ਰੂਰਤ ਹੈ ਚੱਲਣ ਫਿਰਨ ਦੇ ਲਈ। ਠੀਕ ਹੈ, ਐਨਰਜੀ ਦੀ ਜ਼ਰੂਰਤ ਹੁੰਦੀ ਹੈ, ਊਰਜਾ ਕਹਿੰਦੇ ਜਿਹਨੂੰ ਅਸੀਂ, ਅਤੇ ਸਾਰੇ ਕੰਮ ਕਰਨ ਲਈ ਵੀ ਉਸ ਐਨਰਜੀ ਦੀ ਜ਼ਰੂਰਤ ਹੁੰਦੀ ਹੈ। ਉਹ ਐਨਰਜੀ ਅਸੀਂ ਕਿੱਥੋਂ ਤੋਂ ਮਿਲਦੀ? ਸਾਨੂੰ ਭੋਜਨ ਤੋਂ ਮਿਲਦੀ ਹੈ। ਹੋਰ ਵੀ ਸਰੀਰ ਦੇ ਕਈ ਕੰਮ ਹੁੰਦੇ ਹੈ, ਜਿੱਦਾਂ ਸਾਡਾ ਸਰੀਰ ਵੱਧ ਫੁੱਲ ਰਿਹਾ ਉਸ ਵਾਸਤੇ ਵੀ ਸਾਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਅਤੇ ਇਹਨਾਂ ਨੂੰ ਪੋਸ਼ਕ ਤੱਤ ਕਹਿੰਦੇ ਹਨ। ਇਹ ਜਿਹੜੇ ਅਸੀਂ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਿਨ ਅਤੇ ਖਣਿਜ, ਠੀਕ ਹੈ ਨਾ, ਇਹ ਜਿਹੜੇ ਅਸੀਂ ਪੜ੍ਹੇ ਹੈ, ਅਸੀਂ ਇਹਨਾਂ ਨੂੰ ਕਿਆ ਕਹਿੰਦੇ? ਪੋਸ਼ਕ ਤੱਤ ਵੀ ਕਹਿੰਦੇ ਆ। ਠੀਕ ਹੈ, ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ। ਪੌਦੇ ਆਪਣਾ ਭੋਜਨ ਖੁਦ ਬਣਾ ਸਕਦੇ ਹਨ, ਪਰੰਤੂ ਮਨੁੱਖ ਸਿਹਤ ਹੋਰ ਕੋਈ ਵੀ ਜੰਤੂ ਆਪਣਾ ਭੋਜਨ ਆਪ ਨਹੀਂ ਬਣਾ ਸਕਦਾ। ਠੀਕ ਹੈ, ਕੀ ਹੈ ਇਸ ਲਾਈਨ 'ਚ ਦੱਸਿਆ ਹੋਇਆ ਕਿ ਸਾਰੇ ਜੀਵਾਂ ਨੂੰ ਭੋਜਨ ਦੀ ਜ਼ਰੂਰਤ ਹੈ। ਤੁਹਾਨੂੰ ਦੱਸ ਦਿੱਤਾ ਕਿਸ ਕਿਸ ਚੀਜ਼ ਲਈ, ਹੈ ਨਾ। ਅਤੇ ਹੁਣ ਕੀ ਹੈ, ਪੌਦੇ ਤਾਂ ਆਪਣਾ ਭੋਜਨ ਖੁਦ ਬਣਾ ਲੈਂਦੇ ਨੇ, ਪਰ ਜਿਹੜੇ ਇਨਸਾਨ ਹੈ ਜਾਂ ਕਈ ਹੋਰ ਜਾਨਵਰ ਹੈ ਉਹਨਾਂ ਨੂੰ ਭੋਜਨ ਬਣਾਉਣ ਦੇ ਵਿੱਚ ਦਿੱਕਤ ਆਉਂਦੀ। ਉਹ ਆਪਣਾ ਭੋਜਨ ਆਪਣੇ ਆਪ ਤਿਆਰ ਨਹੀਂ ਕਰ ਸਕਦੇ, ਹੈ ਨਾ। ਫਿਰ ਇਸ ਕਰਕੇ ਉਹਨਾਂ ਨੂੰ ਕਿਸੇ ਹੋਰ ਚੀਜ਼ ਪਰ ਨਿਰਭਰ ਹੋਣਾ ਪੈਂਦਾ। ਉਹ ਚੀਜ਼ ਕੀ ਹੈ? ਪੌਦੇ, ਹੈ ਨਾ, ਪੌਦੇ ਵਗੈਰਾ ਜਾਂ ਹੋਰ ਜਾਨਵਰਾਂ 'ਤੇ ਨਿਰਭਰ ਹੋਣਾ ਪੈਂਦਾ। ਠੀਕ ਹੈ, ਇਸ ਤਰ੍ਹਾਂ ਉਹ ਪੌਦਿਆਂ ਦਾ ਆਹਾਰ ਗ੍ਰਹਿਣ ਕਰਨ ਵਾਲੇ ਜੰਤੂਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਨੇ। ਕਿਆ ਕਰਦੇ ਉਹ ਜਿਹੜੇ ਜਾਂ ਤਾਂ ਪੌਦੇ ਖਾਂਦੇ ਹੈ ਜਾਂ ਫਿਰ ਉਹ ਜਿਹੜੇ ਪੌਦਿਆਂ ਨੂੰ ਜਾਨਵਰ ਖਾਣ ਲੱਗੇ ਹੋਏ ਉਹਨਾਂ ਨੂੰ ਖਾ ਲੈਂਦੇ। ਠੀਕ ਹੈ, ਉਹ ਜਿਹੜੇ ਬਾਕੀ ਜਾਨਵਰ ਅਤੇ ਇਨਸਾਨ ਹੈ ਉਹ ਇਸ ਤਰ੍ਹਾਂ ਕਰਦੇ ਆਪਣਾ ਪੇਟ ਭਰਨ ਲਈ, ਆਪਣੇ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ। ਇਸ ਲਈ ਮਨੁੱਖ ਅਤੇ ਹੋਰ ਜੰਤੂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਭੋਜਨ ਲਈ ਪੌਦਿਆਂ 'ਤੇ ਹੀ ਨਿਰਭਰ ਕਰਦੇ ਹਨ। ਇਸ ਦਾ ਮਤਲਬ ਕਿਆ ਹੈ? ਜੇਕਰ ਅਸੀਂ ਮਾਸ ਖਾ ਰਹੇ ਹਾਂ, ਮੀਟ ਖਾ ਰਹੇ ਹਾਂ, ਕੀ ਹੈ, ਅਸੀਂ ਮੰਨ ਲਓ ਜਿੱਦਾਂ ਅਸੀਂ ਖਾ ਲਿਆ, ਅਸੀਂ ਮੁਰਗਾ ਖਾ ਲਿਆ। ਠੀਕ ਹੈ, ਮੁਰਗਾ ਕੀ ਕਰਦਾ? ਉਹ ਛੋਟੇ ਛੋਟੇ ਜੀਵ ਖਾਂਦਾ, ਹੈ ਨਾ, ਕੀੜੇ ਮਕੌੜੇ ਖਾਂਦਾ। ਕੀੜੇ ਮਕੌੜੇ ਕਿਆ ਕਰਦੇ? ਉਹ ਪੌਦੇ ਵਗੈਰਾ ਤੋਂ ਆਪਣਾ ਭੋਜਨ ਬਣਾ ਲੈਂਦੇ। ਠੀਕ ਹੈ ਨਾ, ਪੌਦਿਆਂ ਨੂੰ ਖਾ ਕੇ ਆਪਣਾ ਭੋਜਨ ਗ੍ਰਹਿਣ ਕਰ ਲੈਂਦੇ।
ਪੌਦੇ, ਠੀਕ ਹੈ ਨਾ। ਆਖਰ ਦੇ ਵਿੱਚ ਕੀ ਬਚਿਆ ਸਾਡੇ ਕੋਲ? ਪੌਦੇ ਹੀ ਬਚੇ ਨਾ, ਪਲਾਂਟ ਬਚੇ, ਪੌਦੇ ਬਚੇ, ਹੈ ਨਾ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਚਾਹੇ ਅਸੀਂ ਸਿੱਧੇ ਤੌਰ 'ਤੇ ਕਹਿ ਦਈਏ ਅਸੀਂ ਸਿੱਧਾ ਪਲਾਂਟ ਤੋਂ ਖਾਣਾ ਲੈਂਦੇ, ਜਾਂ ਅਸੀਂ ਕਹਿ ਦਈਏ ਵੀ ਘੁੰਮ ਘੁਮਾ ਕੇ ਅਸੀਂ ਆਖਰਕਾਰ ਇੱਕ ਪਲਾਂਟ ਹੀ ਹੈ ਜਿਹੜਾ ਸਾਨੂੰ ਖਾਣਾ ਦੇ ਰਿਹਾ, ਠੀਕ ਹੈ। ਬੂਝੋ ਜਾਣਨਾ ਚਾਹੁੰਦਾ ਹੈ ਕਿ ਪੌਦੇ ਆਪਣਾ ਭੋਜਨ ਕਿਵੇਂ ਬਣਾਉਂਦੇ ਹਨ। ਹੁਣ ਅਸੀਂ ਅਗਲੇ ਪੈਰਾਗ੍ਰਾਫ ਦੇ ਵਿੱਚ ਇਹੀ ਪੜ੍ਹਨਾ ਕਿ ਪੌਦੇ ਆਪਣਾ ਭੋਜਨ ਕਿੱਦਾਂ ਬਣਾ ਲੈਂਦੇ, ਹੈ ਨਾ। ਸਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਪੌਦੇ ਜਿਹੜਾ ਇਹ ਭੋਜਨ ਕਿਸ ਤਰ੍ਹਾਂ ਬਣਾ ਲੈਂਦੇ ਜੋ ਅਸੀਂ ਨਹੀਂ ਬਣਾ ਸਕਦੇ। ਅਜਿਹੀ ਕਿਆ ਖਾਸ ਚੀਜ਼ ਹੈ ਉਹਨਾਂ ਦੇ ਵਿੱਚ। 1.1 ਪੌਦਿਆਂ ਵਿੱਚ ਪੋਸ਼ਣ ਵਿਧੀ, ਮੋਡ ਆਫ ਨਿਊਟ੍ਰੀਸ਼ਨ ਇਨ ਪਲਾਂਟਸ। ਅਸੀਂ ਹੁਣ ਇਸ ਪੈਰਾਗ੍ਰਾਫ ਦੇ ਵਿੱਚ ਕੀ ਪੜ੍ਹਨਾ, ਜਿਹੜੇ ਪੌਦੇ ਹੈ ਆਪਣਾ ਪੋਸ਼ਣ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰਦੇ, ਉਸ ਤਰੀਕੇ ਦਾ ਨਾਮ ਕੀ ਹੈ, ਜਾਂ ਫਿਰ ਕੋਈ ਹੋਰ ਜਾਨਵਰ ਹੈ ਉਹਨਾਂ ਬਾਰੇ ਵੀ ਦੱਸਿਆ ਇਸ ਪੈਰਾਗ੍ਰਾਫ ਦੇ ਵਿੱਚ, ਉਹ ਕਿਸ ਤਰ੍ਹਾਂ ਭੋਜਨ ਪ੍ਰਾਪਤ ਕਰ ਲੈਂਦੇ ਨੇ। ਸਿਰਫ ਪੌਦੇ ਹੀ ਅਜਿਹੇ ਸਜੀਵ ਹਨ ਜੋ ਪਾਣੀ, ਕਾਰਬਨ ਡਾਈਆਕਸਾਈਡ ਅਤੇ ਖਣਿਜ ਦੀ ਮਦਦ ਨਾਲ ਆਪਣਾ ਭੋਜਨ ਬਣਾ ਸਕਦੇ ਹਨ। ਕੀ ਹੈ? ਜਿਹੜੇ ਪੌਦੇ ਹੈ ਉਹੀ ਅਜਿਹੇ ਜਾਨਵਰ ਹੈ, ਸਜੀਵ ਜਾਨਵਰ ਹੈ, ਜਾਨਵਰ ਨਹੀਂ ਕਹਿ ਸਕਦੇ, ਪੌਦੇ ਅਜਿਹੇ ਸਜੀਵ ਨੇ ਜਿਹੜੇ ਆਪਣਾ ਖਾਣਾ ਖੁਦ ਬਣਾ ਸਕਦੇ ਹਨ। ਕਿਹੜੀ ਕਿਹੜੀ ਚੀਜ਼ ਦੀ ਮਦਦ ਨਾਲ? ਪਾਣੀ, ਕਾਰਬਨ ਡਾਈਆਕਸਾਈਡ ਅਤੇ ਹੋਰ ਕਈ ਖਣਿਜ ਦੀ ਮਦਦ ਦੇ ਨਾਲ। ਇਹ ਸਾਰੇ ਪਦਾਰਥ ਉਹਨਾਂ ਦੇ ਆਲੇ ਦੁਆਲੇ ਵਿੱਚ ਉਪਲਬਧ ਹੁੰਦੇ ਹਨ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਪੌਦੇ ਦੇ ਆਲੇ ਦੁਆਲੇ ਹੀ ਮਿਲ ਜਾਂਦੀਆਂ ਸਾਨੂੰ, ਠੀਕ ਹੈ ਬੱਚੋ। ਇਹ ਸਭ ਚੀਜ਼ਾਂ ਹੈ ਪੌਦਿਆਂ ਦੇ ਆਲੇ ਦੁਆਲੇ ਹੀ ਸਾਨੂੰ ਮਿਲ ਜਾਂਦੀਆਂ ਹਨ, ਠੀਕ ਹੈ। ਹੁਣ ਪੋਸ਼ਕ ਪਦਾਰਥ ਸਜੀਵਾਂ ਨੂੰ ਉਹਨਾਂ ਦੀ ਸਰੀਰਕ ਸੰਰਚਨਾ, ਵਾਧਾ ਅਤੇ ਨੁਕਸਾਨ ਹੋਏ ਭਾਗਾਂ ਦੇ ਰੱਖ ਰਖਾਅ ਦੇ ਲਈ ਸਮਰੱਥ ਬਣਾਉਂਦੇ ਹਨ ਅਤੇ ਵੱਖ-ਵੱਖ ਜੈਵ ਕਿਰਿਆਵਾਂ ਲਈ ਲੋੜੀਂਦੀ ਊਰਜਾ ਵੀ ਪ੍ਰਦਾਨ ਕਰਦੇ ਹਨ। ਕੀ ਹੈ? ਜਿਹੜਾ ਅਸੀਂ ਭੋਜਨ ਵਗੈਰਾ ਖਾਂਦੇ ਹਾਂ ਉਹਦੇ ਨਾਲ ਸਾਨੂੰ ਕੀ ਮਿਲਦਾ? ਸਰੀਰਕ ਸੰਰਚਨਾ, ਸਾਡਾ ਸਰੀਰ ਹੈ ਸੁਡੌਲ ਸਰੀਰ ਰਹਿੰਦਾ। ਕਹਿਣ ਦਾ ਮਤਲਬ ਹੈ ਸਾਡਾ ਜਿਹੜਾ ਸਰੀਰ ਦੀ ਬਣਤਰ ਹੈ ਉਹ ਸਹੀ ਰਹਿੰਦੀ, ਠੀਕ ਹੈ। ਅਤੇ ਵਾਧਾ, ਸਰੀਰ ਅਸੀਂ ਕਹਿੰਦੇ ਆ ਅਸੀਂ ਵੱਧ ਰਹੇ, ਛੋਟੀ ਉਮਰ 'ਚ ਅਸੀਂ ਛੋਟੇ ਹੁੰਦੇ ਹਾਂ ਹਾਈਟ ਦੇ ਵਿੱਚ, ਫਿਰ ਅਸੀਂ ਵੱਧਦੇ ਹਾਂ, ਸਾਡਾ ਸਰੀਰ ਵੀ ਵੱਧਦਾ, ਅਸੀਂ ਚੌੜੇ ਵੀ ਹੁੰਦੇ ਹਾਂ, ਹੈ ਨਾ। ਇਸ ਤਰ੍ਹਾਂ ਕੀ ਹੁੰਦਾ, ਇਹ ਵਾਧੇ ਦੇ ਵਿੱਚ ਵੀ ਹੈਲਪ ਕਰਦਾ। ਨੁਕਸਾਨ ਹੋਏ ਭਾਗਾਂ ਦੇ ਰੱਖ ਰਖਾਅ ਦੇ ਲਈ ਵੀ। ਹੁਣ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਅਸੀਂ ਕੱਟ ਵੱਜ ਜਾਂਦਾ ਬਲੇਡ ਵਗੈਰਾ ਦਾ ਗਲਤੀ ਦੇ ਨਾਲ ਕਦੇ, ਉਹ ਕੀ ਹੁੰਦਾ ਥੋੜ੍ਹੀ ਦੇਰ ਦੇ ਬਾਅਦ ਭਰ ਜਾਂਦਾ, ਫਿਰ ਉਹ ਕੁਛ ਦਿਨਾਂ ਦੇ ਬਾਅਦ ਸਾਨੂੰ ਦਿਖਣਾ ਵੀ ਬੰਦ ਹੋ ਜਾਂਦਾ ਵੀ ਉੱਥੇ ਕੁਛ ਲੱਗਿਆ ਸੀ, ਹੈ ਨਾ। ਇਹਦੇ ਲਈ ਵੀ ਸਾਡਾ ਸਰੀਰ ਨੂੰ ਭੋਜਨ ਦੀ ਜ਼ਰੂਰਤ ਪੈਂਦੀ ਆ। ਅਤੇ ਉਸ ਤੋਂ ਬਾਅਦ ਊਰਜਾ, ਜਿਸ ਦੇ ਨਾਲ ਅਸੀਂ ਚੱਲਦੇ ਫਿਰਦੇ ਹਾਂ, ਹੋਰ ਕਈ ਕਿਰਿਆਵਾਂ ਕਰਦੇ ਹਾਂ, ਉਹਦੇ ਨਾਲ ਸਾਨੂੰ ਐਨਰਜੀ ਵੀ ਮਿਲਦੀ ਭੋਜਨ ਦੇ ਨਾਲ, ਠੀਕ ਹੈ, ਜੋ ਕਿ ਅਸੀਂ ਰੋਜ਼ ਦੇ ਕੰਮਾਂ ਦੇ ਵਿੱਚ ਵਰਤਦੇ ਹਾਂ। ਸਜੀਵਾਂ ਦੁਆਰਾ ਭੋਜਨ ਗ੍ਰਹਿਣ ਕਰਨ ਦੀ ਇਸ ਵਰਤੋਂ ਦੀ ਵਿਧੀ ਨੂੰ ਪੋਸ਼ਣ ਕਹਿੰਦੇ ਹਨ। ਹੁਣ ਇਸ ਦੇ ਵਿੱਚ ਆਇਆ ਸਾਡਾ ਸ਼ਬਦ ਪੋਸ਼ਣ, ਇਹ ਪੋਸ਼ਣ, ਠੀਕ ਹੈ। ਪੋਸ਼ਣ ਕੀ ਹੈ? ਇਹ ਜਿਹੜੀ ਵਿਧੀ ਹੈ, ਕਿਹੜੀ ਵਿਧੀ? ਭੋਜਨ ਨੂੰ ਖਾਣਾ ਅਤੇ ਉਹ ਖਾਣ ਤੋਂ ਬਾਅਦ ਜਿਹੜੇ ਖਾਣੇ ਤੋਂ ਸਾਨੂੰ ਜੋ ਕੁਝ ਵੀ ਮਿਲ ਰਿਹਾ, ਠੀਕ ਹੈ ਨਾ, ਖਾਣਾ ਪਚਾਉਣ ਤੋਂ ਬਾਅਦ, ਖਾਣ ਤੋਂ ਬਾਅਦ ਪਚਾਉਣ ਤੋਂ ਬਾਅਦ ਉਸ ਨਾਲ ਜੋ ਵੀ ਪ੍ਰਕਿਰਿਆ ਹੋਈ, ਉਸ ਤੋਂ ਸਾਨੂੰ ਜੋ ਵੀ ਮਿਲਿਆ ਉਹਨੂੰ ਅਸੀਂ ਕੀ ਕਹਿੰਦੇ ਆ? ਪੋਸ਼ਣ ਕਹਿੰਦੇ। ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਆਪਣਾ ਭੋਜਨ ਖੁਦ ਸੰਸਲਿਸ਼ਟ ਕਰਦੇ ਹਨ, ਸਵੈ ਪੋਸ਼ਣ ਅਖਵਾਉਂਦੇ ਹਨ, ਜਾਂ ਫਿਰ ਆਟੋਟ੍ਰੋਫਿਜ਼ਮ। ਕੀ ਮਤਲਬ ਹੈ? ਜਿਹੜੇ ਜੀਵ ਜੰਤੂ ਹੈ, ਜਾਂ ਅਸੀਂ ਸਿੰਪਲ ਕਹਿ ਸਕਦੇ ਹਾਂ ਪਲਾਂਟਸ ਹੀ ਹੈ, ਠੀਕ ਹੈ। ਜਿਹੜੀ ਵਿਧੀ ਦੇ ਵਿੱਚ ਜੀਵ ਆਪਣਾ ਭੋਜਨ ਆਪਣੇ ਆਪ ਬਣਾ ਲੈਂਦੇ, ਉਸ ਨੂੰ ਅਸੀਂ ਕੀ ਕਹਿੰਦੇ?
ਆਟੋਟ੍ਰੋਫਿਜ਼ਮ, ਜਿਸ ਪ੍ਰਕਿਰਿਆ ਦੇ ਨਾਲ, ਠੀਕ ਹੈ, ਉਹ ਬਣਾ ਲੈਂਦੇ ਆਪਣਾ ਖਾਣਾ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਆਟੋਟ੍ਰੋਫਿਜ਼ਮ। ਠੀਕ ਹੈ, ਅੱਗੇ ਇਸ ਲਈ ਅਜਿਹੇ ਪੌਦਿਆਂ ਨੂੰ ਸਵੈ-ਪੋਸ਼ੀ ਕਹਿੰਦੇ ਹਨ। ਅਤੇ ਇਹ ਜਿਹੜੇ ਪਲਾਂਟਸ ਹੈ, ਜਿਹੜੇ ਆਪਣੇ ਆਪ ਖਾਣਾ ਬਣਾਉਂਦੇ ਪੌਦੇ, ਉਹਨਾਂ ਨੂੰ ਅਸੀਂ ਕਿਆ ਕਹਿੰਦੇ? ਆਟੋਟ੍ਰੋਫਸ ਕਹਿੰਦੇ। ਠੀਕ ਹੈ, ਆਟੋਟ੍ਰੋਫਿਜ਼ਮ ਵਿਧੀ ਦਾ ਨਾਮ ਹੈ। ਸਵੈ ਪੋਸ਼ਣ, ਇਹ ਜਿਹੜਾ ਲਿਖਿਆ ਹੋਇਆ ਥੱਲੇ ਸਵੈ ਪੋਸ਼ਣ, ਠੀਕ ਹੈ, ਸਵੈ ਪੋਸ਼ਣ ਕਿਆ ਹੈ? ਸਵੈ ਪੋਸ਼ਣ ਵਿਧੀ ਦਾ ਨਾਮ ਹੈ। ਠੀਕ ਹੈ, ਅਤੇ ਜਿਹੜਾ ਸਾਡੇ ਕੋਲ ਸਵੈ ਪੋਸ਼ੀ ਆਟੋਟ੍ਰੋਫਸ, ਇਹ ਕਿਸ ਦਾ ਨਾਮ ਹੈ? ਇਹ ਉਸ ਵਿਧੀ ਦੇ ਨਾਲ ਖਾਣਾ ਬਣਾਉਣ ਵਾਲੇ ਜੰਤੂ ਦਾ ਨਾਮ ਹੈ। ਇੱਥੇ ਕਿਹੜਾ ਜੰਤੂ ਹੈ, ਜੀਵ ਹੈ? ਇੱਥੇ ਕੀ ਹੈ? ਪੌਦੇ। ਪੌਦਿਆਂ ਨੂੰ ਅਸੀਂ ਕਿਆ ਕਹਿੰਦੇ ਫਿਰ? ਆਟੋਟ੍ਰੋਫਸ, ਕਿਉਂਕਿ ਉਹ ਆਪਣਾ ਖਾਣਾ ਖੁਦ ਬਣਾ ਲੈਂਦੇ। ਸਵੈ ਪੋਸ਼ੀ ਜੰਤੂ ਅਤੇ ਕਈ ਹੋਰ ਜੀਵ ਪੌਦਿਆਂ ਦੁਆਰਾ ਸੰਸਲਿਸ਼ਟ ਭੋਜਨ ਗ੍ਰਹਿਣ ਕਰਦੇ ਹਨ, ਉਹਨਾਂ ਨੂੰ ਪਰਪੋਸ਼ੀ ਜਾਂ ਹੈਟਰੋਟ੍ਰੋਫਸ ਕਹਿੰਦੇ ਹਨ। ਹੁਣ ਹੈਟਰੋਟ੍ਰੋਫਸ ਜਾਂ ਪਰਪੋਸ਼ੀ ਕੀ ਹੁੰਦੇ? ਹੁਣ ਅਜਿਹੇ ਜਾਨਵਰ ਜਿਹੜੇ ਆਪਣਾ ਖਾਣਾ ਖੁਦ ਨਹੀਂ ਬਣਾ ਸਕਦੇ, ਜਾਨਵਰ ਹੀ ਆ ਜਾਂਦੇ ਨਾ ਉਹਨਾਂ ਦੇ ਵਿੱਚ, ਜਾਨਵਰ ਅਤੇ ਇਨਸਾਨ ਆ ਗਿਆ, ਅਤੇ ਉਹ ਕੀ ਕਰਦੇ? ਉਹ ਪਲਾਂਟਸ ਨੂੰ ਖਾਂਦੇ, ਪੌਦਿਆਂ ਨੂੰ ਖਾ ਲੈਂਦੇ। ਠੀਕ ਹੈ, ਅਜਿਹੇ ਜੀਵਾਂ ਨੂੰ ਅਸੀਂ ਕੀ ਕਹਿੰਦੇ? ਹੈਟਰੋਟ੍ਰੋਫਸ ਜਾਂ ਫਿਰ ਪਰਪੋਸ਼ੀ। ਸਾਰੇ ਜਾਨਵਰ ਆ ਗਏ ਇਹਨਾਂ ਦੇ ਵਿੱਚ। ਠੀਕ ਹੈ, ਅਤੇ ਅਸੀਂ ਹਿਊਮਨ ਬੀਂਗਸ ਵੀ ਆ ਗਏ। ਕੁਛ ਵੀ ਜਾਨਵਰ ਦਾ ਨਾਮ ਲੈ ਲਓ, ਮੱਛੀ ਲੈ ਲਓ, ਇਨਸਾਨ ਲੈ ਲਓ। ਠੀਕ ਹੈ, ਬੱਕਰੀ, ਭੇਡ, ਕੁੱਤਾ, ਬਿੱਲੀ, ਜੋ ਵੀ ਤੁਹਾਡੇ ਆਲੇ ਦੁਆਲੇ ਜਾਨਵਰ ਦਿਖਦੇ, ਉਹ ਸਾਰੇ ਕਿਸ ਕੈਟਾਗਰੀ ਦੇ ਵਿੱਚ ਆਉਂਦੇ? ਹੈਟਰੋਟ੍ਰੋਫਸ, ਕਿਉਂਕਿ ਉਹ ਆਪਣਾ ਖਾਣਾ ਖੁਦ ਨਹੀਂ ਬਣਾਉਂਦੇ, ਉਹ ਕਿਸੇ ਹੋਰ ਚੀਜ਼ ਦੇ ਉੱਪਰ ਡਿਪੈਂਡ ਹੁੰਦੇ, ਕਿਸੇ ਹੋਰ ਚੀਜ਼ ਤੋਂ ਆਪਣਾ ਖਾਣਾ ਲੈਂਦੇ ਹੈ। ਠੀਕ ਹੈ, ਅਤੇ ਆਟੋਟ੍ਰੋਫਸ 'ਚ ਕਿਹੜੇ ਆ ਗਏ? ਜਿਹੜੇ ਆਪਣਾ ਖਾਣਾ ਖੁਦ ਬਣਾਉਂਦੇ। ਸਵੈ ਪੋਸ਼ੀ ਕੌਣ ਹੁੰਦੇ? ਜਿਹੜੇ ਆਪਣਾ ਖਾਣਾ ਖੁਦ ਬਣਾਉਂਦੇ। ਅਤੇ ਇਹਨਾਂ ਦੇ ਵਿੱਚ ਕੀ ਆ ਗਿਆ? ਸਾਰੇ ਪਲਾਂਟਸ ਆ ਗਏ। ਕੋਈ ਵੀ ਪੌਦੇ ਦਾ ਨਾਮ ਦੱਸ ਦਿਓ, ਜਿੱਦਾਂ ਨਿੰਮ, ਠੀਕ ਹੈ, ਕੁਆਰ, ਕੋਈ ਵੀ ਪੌਦਾ ਹੋ ਸਕਦਾ ਜਿਸ ਤੋਂ ਫਲ ਵੀ ਮਿਲਦੇ। ਅਮਰੂਦ ਵੀ ਹੋ ਗਿਆ ਇਸ ਦੇ ਵਿੱਚ। ਠੀਕ ਹੈ, ਗਾਜਰ, ਮੂਲੀ, ਸਾਰੀਆਂ ਸਬਜ਼ੀਆਂ, ਕੁਛ ਵੀ ਲੈ ਸਕਦੇ, ਪਲਾਂਟਸ ਦਾ ਨਾਮ ਲੈ ਸਕਦੇ। ਠੀਕ ਹੈ, ਹੁਣ ਅਸੀਂ ਪੁੱਛ ਸਕਦੇ ਹਾਂ ਕਿ ਪੌਦਿਆਂ ਦੀਆਂ ਭੋਜਨ ਫੈਕਟਰੀਆਂ ਕਿੱਥੇ ਸਥਿਤ ਹਨ। ਹੁਣ ਅਸੀਂ ਇਹ ਪਤਾ ਕਰਨਾ ਅਗਲੇ ਪਹਿਰੇ ਦੇ ਵਿੱਚ, ਇਹ ਖਾਣਾ ਬਣਦਾ ਕਿੱਥੇ ਹੈ? ਭੋਜਨ ਫੈਕਟਰੀਆਂ, ਜਾਂ ਅਸੀਂ ਕਹਿ ਸਕਦੇ ਇਹਨਾਂ ਦਾ ਕਿਚਨ, ਹੈ ਨਾ, ਕਿੱਥੇ ਹੈ? ਪੌਦਿਆਂ ਦਾ ਕਿਚਨ ਕਿੱਥੇ ਹੈ ਜਿੱਥੇ ਖਾਣਾ ਬਣਦਾ? ਕੀ ਭੋਜਨ ਪੌਦਿਆਂ ਦੇ ਸਾਰੇ ਭਾਗਾਂ ਵਿੱਚ ਤਿਆਰ ਹੁੰਦਾ ਹੈ ਜਾਂ ਕੇਵਲ ਕੁਝ ਵਿਸ਼ੇਸ਼ ਭਾਗਾਂ ਵਿੱਚ? ਹੁਣ ਇਸ ਲਾਈਨ 'ਚ ਪੁੱਛ ਰਿਹਾ ਕਿ ਜਿਹੜੇ ਪੌਦੇ ਹੈ, ਕਿਆ ਹੁੰਦਾ ਭੋਜਨ ਇੱਕ ਖਾਸ ਅੰਗ ਦੇ ਵਿੱਚ ਹੀ ਤਿਆਰ ਹੁੰਦਾ, ਹੈ ਨਾ, ਇੱਕ ਖਾਸ ਭਾਗ ਦੇ ਵਿੱਚ ਤਿਆਰ ਹੁੰਦਾ, ਜਾਂ ਫਿਰ ਉਹ ਸਾਰੇ ਬੂਟੇ ਦੇ ਵਿੱਚ ਜੜ੍ਹ ਤੋਂ ਲੈ ਕੇ ਉੱਪਰ ਤੱਕ, ਹੈ ਨਾ, ਉਹ ਭੋਜਨ ਬਣਾਈ ਜਾਂਦਾ, ਸਾਰਾ ਹਿੱਸਾ ਉਸਦਾ। ਪੌਦੇ ਆਪਣੇ ਆਲੇ ਦੁਆਲੇ ਤੋਂ ਕੱਚੀ ਸਮੱਗਰੀ ਕਿਸ ਤਰ੍ਹਾਂ ਪ੍ਰਾਪਤ ਕਰਦੇ ਹਨ? ਹੁਣ ਪੌਦੇ ਹੈ ਜਿਹੜੇ, ਕੱਚੀ ਸਮੱਗਰੀ ਹੋ ਗਈ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਵਗੈਰਾ, ਹੈ ਨਾ, ਕਾਰਬਨ ਡਾਈਆਕਸਾਈਡ ਹੋ ਗਈ, ਪਾਣੀ ਹੋ ਗਿਆ, ਨਾਈਟ੍ਰੋਜਨ ਹੋ ਗਈ। ਇਹ ਜਿਹੜੀ ਸਮੱਗਰੀ ਹੈ, ਇਹ ਕਿੱਦਾਂ ਆਪਣੇ ਕੋਲ ਲੈ ਜਾਂਦੇ, ਹੈ ਨਾ, ਆਪਣੇ ਅੰਦਰ ਕਿੱਦਾਂ ਸਮਾ ਲੈਂਦੇ, ਕਿਸ ਤਰ੍ਹਾਂ ਉਹਨੂੰ ਪੂਰਾ ਕਿੱਦਾਂ ਕਰਦੇ ਉਸ ਕਮੀ ਨੂੰ? ਭੋਜਨ ਫੈਕਟਰੀ ਤੱਕ ਉਹਨਾਂ ਦਾ ਸਥਾਨ ਅੰਤਰਣ ਕਿਸ ਤਰ੍ਹਾਂ ਹੁੰਦਾ ਹੈ, ਅਤੇ ਉਹਨਾਂ ਨੂੰ ਪਹੁੰਚਾਇਆ ਕਿੱਦਾਂ ਜਾਂਦਾ, ਹੈ ਨਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭੋਜਨ ਨੂੰ ਕਿਸ ਤਰ੍ਹਾਂ ਪਹੁੰਚਾਇਆ ਜਾਣਾ। ਠੀਕ ਹੈ, ਹੁਣ ਅੱਗੇ ਆ ਗਿਆ ਪ੍ਰਕਾਸ਼ ਸੰਸਲੇਸ਼ਣ, ਪੌਦਿਆਂ ਵਿੱਚ ਭੋਜਨ ਸੰਸਲੇਸ਼ਣ ਦੀ ਪ੍ਰਕਿਰਿਆ। ਨੈਕਸਟ ਪੈਰਾ ਆ ਗਿਆ ਨਾ ਸਾਡਾ 1.2। ਹੁਣ ਅਸੀਂ ਪ੍ਰਕਾਸ਼ ਸੰਸਲੇਸ਼ਣ ਨੂੰ ਕੀ ਕਹਿੰਦੇ ਇੰਗਲਿਸ਼ 'ਚ? ਫੋਟੋਸਿੰਥਸਿਸ। ਠੀਕ ਹੈ, ਕੀ ਕਹਿੰਦੇ? ਫੋਟੋਸਿੰਥਸਿਸ। ਹੁਣ ਅਸੀਂ ਫੋਟੋਸਿੰਥਸਿਸ ਦੀ ਇਸ ਪ੍ਰਕਿਰਿਆ ਨੂੰ ਪੜ੍ਹਾਂਗੇ। ਫੋਟੋਸਿੰਥਸਿਸ ਹੁੰਦਾ ਕੀ ਹੈ, ਇਸ ਦੇ ਨਾਲ ਕੀ ਹੁੰਦਾ? ਠੀਕ ਹੈ, ਪਲਾਂਟ ਦਾ ਕਿਹੜਾ ਹਿੱਸਾ ਹੈਲਪ ਕਰਦਾ ਫੋਟੋਸਿੰਥਸਿਸ ਦੇ ਵਿੱਚ? ਹੁਣ ਅਸੀਂ ਇਸ ਦੇ ਬਾਰੇ ਸਾਰਾ ਕੁਛ ਪੜ੍ਹਾਂਗੇ। ਠੀਕ ਹੈ,
ਹਰੇ ਪੱਤੇ ਪੌਦੇ ਦਾ ਭੋਜਨ ਫੈਕਟਰੀ ਹਨ। ਜਿਹੜੇ ਹਰੇ ਪੱਤੇ ਹੈ ਉਹ ਉੱਥੇ ਹੀ ਖਾਣਾ ਬਣਦਾ। ਤੁਸੀਂ ਛੋਟੀਆਂ ਕਲਾਸਾਂ 'ਚ ਵੀ ਸ਼ਾਇਦ ਸਿੱਖਿਆ ਹੋਣਾ ਕਿ ਜਿਹੜੇ ਹਰੇ ਪੱਤੇ ਹੈ ਉਹ ਕਿਆ ਹੈ, ਉੱਥੇ ਪੌਦਿਆਂ ਦਾ ਭੋਜਨ ਬਣਦਾ ਹੈ। ਠੀਕ ਹੈ, ਉਹੀ ਕਿਆ ਹੈ, ਭੋਜਨ ਫੈਕਟਰੀ, ਉਹੀ ਕਿਚਨ ਹੋ ਗਿਆ ਪੌਦਿਆਂ ਦਾ, ਹੈ ਨਾ। ਪੌਦਿਆਂ ਵਿੱਚ ਭੋਜਨ ਪਦਾਰਥਾਂ ਦਾ ਸੰਸਲੇਸ਼ਣ ਉਹਨਾਂ ਦੇ ਪੱਤਿਆਂ ਵਿੱਚ ਹੁੰਦਾ ਹੈ। ਜਿਹੜੇ ਪੌਦੇ ਹੈ ਉਹਨਾਂ ਦੇ ਵਿੱਚ ਜਿਹੜਾ ਭੋਜਨ ਹੈ ਉਹ ਕਿੱਥੇ ਬਣਦਾ? ਪੱਤਿਆਂ ਦੇ ਵਿੱਚ ਬਣਦਾ। ਇਸ ਲਈ ਸਾਰੇ ਕੱਚੇ ਪਦਾਰਥ ਉਹਨਾਂ ਤੱਕ ਪਹੁੰਚਣੇ ਚਾਹੀਦੇ ਹਨ। ਅਤੇ ਇਸੇ ਦੇ ਲਈ ਕਿਆ ਹੈ, ਸਾਡੇ ਕੋਲ ਸਾਰੇ ਜਿਹੜੇ ਕੱਚੇ ਪਦਾਰਥ ਹੈ ਪੱਤਿਆਂ ਤੱਕ ਤਾਂ ਪਹੁੰਚਣੇ ਹੀ ਚਾਹੀਦੇ, ਕਿਉਂਕਿ ਉੱਥੇ ਭੋਜਨ ਬਣ ਰਿਹਾ। ਜਿੱਥੇ ਭੋਜਨ ਬਣਦਾ ਹੁੰਦਾ ਸਾਰਾ ਸਮਾਨ ਉੱਥੇ ਨੂੰ ਪਹਿਲਾਂ ਲੈ ਕੇ ਤਾਂ ਜਾਣਾ ਹੀ ਪੈਂਦਾ, ਉਸ ਤੋਂ ਬਾਅਦ ਭੋਜਨ ਬਣੂਗਾ ਨਾ ਉਸਦਾ। ਮਿੱਟੀ ਵਿੱਚ ਮੌਜੂਦ ਪਾਣੀ ਅਤੇ ਖਣਿਜ ਜੜ੍ਹਾਂ ਦੁਆਰਾ ਸੋਖੇ ਜਾਂਦੇ ਹਨ। ਪਾਣੀ ਅਤੇ ਜਿਹੜੇ ਬਾਕੀ ਖਣਿਜ ਹੈ, ਨਾਈਟ੍ਰੋਜਨ ਹੋ ਗਈ, ਠੀਕ ਹੈ, ਉਹ ਕਿਆ ਜੜ੍ਹਾਂ ਸੋਖ ਲੈਂਦੀਆਂ ਮਿੱਟੀ ਦੇ ਵਿੱਚੋਂ ਉਹਨਾਂ ਨੂੰ, ਠੀਕ ਹੈ, ਅਤੇ ਤਣੇ ਰਾਹੀਂ ਪੱਤਿਆਂ ਤੱਕ ਪਹੁੰਚ ਜਾਂਦੇ ਹਨ। ਅਤੇ ਤਣੇ 'ਚੋਂ ਹੁੰਦਾ ਹੋਇਆ ਪਹਿਲਾਂ ਜੜ੍ਹ 'ਚ ਜਾਂਦਾ, ਜੜ੍ਹ ਤੋਂ ਤਣੇ 'ਚ ਜਾਂਦਾ, ਤਣੇ ਤੋਂ ਪੱਤਿਆਂ ਤੱਕ ਪਹੁੰਚ ਜਾਣਾ, ਟਹਿਣੀਆਂ, ਫਿਰ ਟਹਿਣੀਆਂ ਤੋਂ ਪੱਤਿਆਂ ਤੱਕ ਪਹੁੰਚ ਜਾਂਦਾ। ਠੀਕ ਹੈ, ਪੱਤੇ ਦੀ ਸਤ੍ਹਾ ਉੱਤੇ ਮੌਜੂਦ ਸੂਖਮ ਛੇਕ ਦੁਆਰਾ ਹਵਾ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਦਾਖਲ ਹੁੰਦੀ ਹੈ। ਹੁਣ ਦੂਜੀ ਚੀਜ਼ ਕਿਆ ਆਈ? ਜੜ੍ਹਾਂ 'ਚੋਂ ਆਇਆ ਸਾਡੇ ਕੋਲ ਪਾਣੀ ਅਤੇ ਨਾਈਟ੍ਰੋਜਨ, ਜਾਂ ਅਸੀਂ ਖਣਿਜ ਕਹਿ ਸਕਦੇ, ਉਹ ਪੱਤਿਆਂ ਤੱਕ ਪਹੁੰਚ ਗਿਆ। ਠੀਕ ਹੈ, ਦੂਜੀ ਚੀਜ਼ ਕਿਆ ਆਈ? ਕਾਰਬਨ ਡਾਈਆਕਸਾਈਡ। ਹੁਣ ਕਾਰਬਨ ਡਾਈਆਕਸਾਈਡ ਤਾਂ ਹਵਾ ਦੇ ਵਿੱਚ ਹੈ, ਉਹ ਕਿੱਦਾਂ ਮਿਲੂਗੀ? ਪੱਤੇ ਤਾਂ ਪਹਿਲਾਂ ਹੀ ਹਵਾ 'ਚ ਲਹਿਰਾਉਂਦੇ ਹੁੰਦੇ, ਹੈ ਨਾ। ਅਤੇ ਪੱਤਿਆਂ ਦੇ ਕੋਲ ਕੁਛ ਹੋ ਸਕਦਾ, ਅਤੇ ਪੱਤਿਆਂ ਦੇ ਕੋਲ ਇੱਕ ਕਿਆ ਹੁੰਦਾ? ਛੇਕ ਹੁੰਦਾ, ਸੂਖਮ ਛੇਕ ਲਿਖਿਆ ਹੋਇਆ ਨਾ ਇੱਥੇ, ਸੂਖਮ ਛੇਕ, ਇਹ ਲਿਖਿਆ ਹੋਇਆ ਸੂਖਮ ਛੇਕ। ਠੀਕ ਹੈ, ਇਹਨਾਂ ਨੂੰ ਅਸੀਂ ਕਿਆ ਕਹਿੰਦੇ? ਸਟੋਮੇਟਾ, ਛਿੱਦਰ ਵੀ ਕਹਿੰਦੇ ਆ, ਠੀਕ ਹੈ, ਜਾਂ ਅਸੀਂ ਕਹਿ ਦਿੰਦੇ ਸਟੋਮੇਟਾ। ਦਿਖਾ ਦਿੰਦੇ ਆ ਤੁਹਾਨੂੰ ਹੁਣੇ ਡਾਇਗਰਾਮ ਇਸ ਦਾ। ਇਹ ਆ ਸਾਡੇ ਕੋਲ ਸਟੋਮੇਟਾ ਦਾ ਡਾਇਗਰਾਮ। ਠੀਕ ਹੈ, ਅਤੇ ਆਹ ਵਿਚਕਾਰ ਜਿਹੜਾ ਇਹ ਜਿਹੜੀ ਖਾਲੀ ਜਗ੍ਹਾ ਹੈ ਨਾ, ਦਿਖ ਰਹੀ ਹੈ ਨਾ ਸਾਰਿਆਂ ਨੂੰ, ਆਹ ਵਿਚਕਾਰ ਵਾਲੀ ਜਿੱਥੇ ਮੈਂ ਨੀਲਾ ਕਲਰ ਕੀਤਾ ਹੁਣੀ, ਅਤੇ ਇਸ ਨੂੰ ਅਸੀਂ ਕੀ ਕਹਿੰਦੇ ਆ? ਇਹੀ ਉਹ ਰਸਤਾ ਹੈ ਜਿੱਥੇ ਤੋਂ ਕਾਰਬਨ ਡਾਈਆਕਸਾਈਡ ਅੰਦਰ ਚਲੀ ਜਾਂਦੀ ਪੌਦਿਆਂ ਦੇ। ਠੀਕ ਹੈ ਨਾ, ਇਹ ਪੱਤੇ ਦੇ ਵਿੱਚ ਹੁੰਦਾ, ਇਹ ਦਿਖ ਰਿਹਾ ਨਾ ਉੱਤੇ, ਆਹ ਪੱਤਾ ਹੈ, ਪੱਤੇ ਨੂੰ ਖੋਲ੍ਹ ਕੇ ਦਿਖਾਇਆ ਜਾ ਰਿਹਾ। ਫਿਰ ਇਸ ਜਿਹੜਾ ਆ ਲਿਖਿਆ ਹੋਇਆ ਜਿੱਥੇ ਗਾਰਡ ਸੈੱਲ ਲਿਖਿਆ ਹੋਇਆ ਨਾ, ਆਹ ਗਾਰਡ ਸੈੱਲ ਲਿਖਿਆ ਹੋਇਆ, ਸਟੋਮਾ ਲਿਖਿਆ ਹੋਇਆ, ਹੈ ਨਾ, ਗਾਰਡ ਸੈੱਲ ਨੂੰ ਇੱਧਰ ਦਿਖਾਇਆ ਜਾ ਰਿਹਾ। ਗਾਰਡ ਸੈੱਲ ਕੀ ਹੁੰਦੇ? ਇਹ ਜਿਹੜਾ ਮੋਗਾ ਹੈ ਵਿਚਕਾਰ ਦਾ, ਹੈ ਨਾ, ਜਿੱਥੇ ਤੋਂ ਹਵਾ ਅੰਦਰ ਬਾਹਰ ਜਾ ਰਹੀ, ਉਹਦੇ ਆਲੇ ਦੁਆਲੇ ਆਹ ਜਿਹੜੀ ਸੀ ਵਰਗੀ ਇੱਕ ਆਹ ਸੀ ਅਤੇ ਇੱਕ ਪੁੱਠੀ ਸੀ, ਇਹ ਇੱਦਾਂ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਇਸ ਦੇ ਆਲੇ ਦੁਆਲੇ। ਇਸ ਨੂੰ ਅਸੀਂ ਕੀ ਕਹਿੰਦੇ? ਗਾਰਡ ਸੈੱਲ। ਇਹੀ ਜਿਹੜੇ ਗਾਰਡ ਸੈੱਲ ਹੈ ਇਹੀ ਅਸਲ ਦੇ ਵਿੱਚ ਇਹਦੀ ਹੈਲਪ ਕਰ ਰਹੇ ਇਸ ਮੋਗੇ ਨੂੰ ਬੰਦ ਅਤੇ ਖੁੱਲ੍ਹਣ ਦੇ ਵਿੱਚ। ਠੀਕ ਹੈ ਬੱਚਿਓ, ਇਹ ਛਿੱਦਰ ਗਾਰਡ ਸੈੱਲ ਕੋਸ਼ਿਕਾਵਾਂ ਨਾਲ ਘਿਰੇ ਹੁੰਦੇ ਹਨ। ਦੇਖ ਲਿਆ ਤੁਸੀਂ, ਇਹ ਜਿਹੜਾ ਛੇਦ ਹੈ ਸਟੋਮੇਟਾ, ਇਹਦੇ ਆਲੇ ਦੁਆਲੇ ਕੀ ਹੈ? ਗਾਰਡ ਸੈੱਲ ਹੈ। ਅਜਿਹੇ ਛੇਕਾਂ ਨੂੰ ਸਟੋਮੇਟਾ ਕਹਿੰਦੇ ਹਨ, ਅਤੇ ਇਹਨਾਂ ਛੇਕਾਂ ਨੂੰ ਅਸੀਂ ਕੀ ਕਹਿੰਦੇ? ਸਟੋਮੇਟਾ ਕਹਿੰਦੇ ਹਨ। ਜਿਹੜਾ ਛੇਦ ਹੈ ਜਿਸ 'ਚੋਂ, ਜਿੱਦਾਂ ਅਸੀਂ ਪੌਦੇ ਕਹਿੰਦੇ ਆਕਸੀਜਨ ਦਿੰਦੇ ਆ ਸਾਨੂੰ, ਤਾਂ ਆਕਸੀਜਨ ਵੀ ਇੱਥੇ ਤੋਂ ਹੀ ਬਾਹਰ ਨਿਕਲਦੀ, ਅਤੇ ਕਾਰਬਨ ਡਾਈਆਕਸਾਈਡ ਲੈਂਦੇ ਆ ਤਾਂ ਕਾਰਬਨ ਡਾਈਆਕਸਾਈਡ ਇੱਥੇ ਤੋਂ ਹੀ ਉਹਨਾਂ ਦੇ ਅੰਦਰ ਜਾਂਦੀ। ਠੀਕ ਹੈ, ਅਤੇ ਸਵੇਰ ਵੇਲੇ ਤੁਸੀਂ ਦੇਖਿਆ ਹੋਣਾ ਕਈ ਪੌਦੇ ਆਏ ਜਾਂਦੇ, ਪੌਦਿਆਂ ਦੇ ਪੱਤੇ ਗਿੱਲੇ ਹੋਏ ਹੁੰਦੇ, ਹੈ ਨਾ, ਉਹ ਕਿਆ? ਉਹ ਪੌਦੇ ਪਾਣੀ ਛੱਡਦੇ ਹੁੰਦੇ। ਕਿਸ ਤਰ੍ਹਾਂ? ਉਹ ਵੀ ਸਟੋਮੇਟਾ ਦੇ ਵਿੱਚੋਂ ਹੀ ਆਉਂਦਾ। ਉਹ ਜਿਹੜਾ ਪਾਣੀ ਹੈ ਸਟੋਮੇਟਾ ਦੇ ਰਸਤੇ ਹੀ, ਸਟੋਮੇਟਾ ਕੀ ਹੈ? ਇੱਕ ਸਿੰਪਲ ਛੇਕ ਹੈ, ਮੋਗਾ ਹੈ ਨਾ, ਜਿਸ ਤੋਂ ਆਰ ਪਾਰ ਆਇਆ ਜਾ ਸਕਦਾ। ਠੀਕ ਹੈ, ਉਹ ਕਿਆ? ਸਵੇਰ ਵੇਲੇ ਉਹ ਜਿਹੜਾ ਫਾਲਤੂ ਦਾ ਪਾਣੀ ਹੈ ਜਿਸ ਦੀ ਲੋੜ ਘੱਟ ਹੁੰਦੀ ਹੈ, ਠੀਕ ਹੈ, ਨਹੀਂ ਹੁੰਦੀ, ਉਹ ਕਿਆ ਹੈ? ਬਾਹਰ ਕੱਢ ਦਿੰਦੇ। ਹੁਣ ਅੱਗੇ, ਪਾਣੀ ਅਤੇ ਖਣਿਜ ਵਹਿਣੀਆਂ ਦੁਆਰਾ ਪੱਤਿਆਂ ਤੱਕ ਪਹੁੰਚਾਏ ਜਾਂਦੇ ਹਨ। ਠੀਕ ਹੈ, ਪਾਣੀ ਅਤੇ ਖਣਿਜ ਵਹਿਣੀਆਂ ਦੁਆਰਾ, ਵਹਿਣੀਆਂ ਵੇਨਸ ਕਹਿੰਦੇ, ਜਾਂ ਅਸੀਂ ਪੰਜਾਬੀ ਦੇ ਵਿੱਚ ਜਿੱਦਾਂ ਅਸੀਂ
ਪੰਜਾਬੀ 'ਚ ਨਹੀਂ, ਇੰਗਲਿਸ਼ ਦੇ ਵਿੱਚ ਅਸੀਂ ਵੇਨਸ ਕਹਿੰਦੇ ਹਾਂ। ਅਤੇ ਅਸੀਂ ਜੇਕਰ ਦੇਖੀਏ ਵੇਨਸ, ਜਿੱਦਾਂ ਸਾਡਾ ਸਰੀਰ ਹੈ ਉਸ ਦੇ ਵਿੱਚ ਜੇਕਰ ਸਾਰੇ ਸਰੀਰ ਤੱਕ ਖਾਣਾ ਪਹੁੰਚਾਉਣਾ ਹੋਵੇ ਤਾਂ ਉਹ ਨਾੜੀਆਂ ਦੇ ਦੁਆਰਾ, ਖੂਨ ਦੇ ਦੁਆਰਾ, ਨਾੜੀਆਂ ਵਿੱਚ ਖੂਨ ਹੁੰਦਾ, ਖੂਨ ਦੇ ਦੁਆਰਾ ਪਹੁੰਚਦਾ ਸਾਰੇ ਸਰੀਰ ਦੇ ਹਿੱਸਿਆਂ ਤੱਕ। ਉਸੇ ਤਰ੍ਹਾਂ ਪੌਦਿਆਂ ਦੇ ਵਿੱਚ ਵੀ ਨਾੜੀਆਂ ਹੁੰਦੀਆਂ, ਠੀਕ ਹੈ, ਨਾੜੀਆਂ ਵਰਗੀਆਂ ਹੁੰਦੀਆਂ। ਅਸੀਂ ਕਹਿ ਸਕਦੇ ਟਿਊਬਾਂ ਜਿਹੀਆਂ ਹੁੰਦੀਆਂ, ਪਾਈਪ ਜਿਹੇ ਹੁੰਦੇ, ਉਹਨਾਂ ਨੂੰ ਅਸੀਂ ਕਿਆ ਕਹਿੰਦੇ, ਵਹਿਣੀਆਂ ਕਹਿੰਦੇ, ਜਿਨ੍ਹਾਂ ਦੇ ਦੁਆਰਾ ਖਾਣਾ ਪੱਤਿਆਂ ਤੱਕ ਪਹੁੰਚ ਗਿਆ। ਇਹ ਵਹਿਣੀਆਂ ਨਲੀ ਵਰਗੀਆਂ ਹੁੰਦੀਆਂ ਹਨ, ਠੀਕ ਹੈ ਨਾ, ਇੱਕ ਪਤਲੀ ਪਤਲੀ ਨਲੀ ਵਰਗੀਆਂ ਹੁੰਦੀਆਂ ਹਨ, ਜਿਹੜੀਆਂ ਜਿੱਦਾਂ ਅਸੀਂ ਪਾਈਪ ਕਹਿ ਸਕਦੇ। ਅਤੇ ਜੜ੍ਹ, ਤਣਾ, ਸ਼ਾਖਾਵਾਂ ਅਤੇ ਪੱਤਿਆਂ ਤੱਕ ਫੈਲੀਆਂ ਹੁੰਦੀਆਂ ਹਨ। ਇਹ ਪੌਦੇ ਦੇ ਲਗਭਗ ਸਾਰੇ ਹਿੱਸੇ ਦੇ ਵਿੱਚ ਫੈਲੀਆਂ ਹੁੰਦੀਆਂ, ਹੈ ਨਾ। ਪਾਣੀ ਨੂੰ ਪੱਤਿਆਂ ਤੱਕ ਪਹੁੰਚਾਉਣ ਦੇ ਲਈ ਇਹ ਵਹਿਣੀਆਂ ਇੱਕ ਨਿਰੰਤਰ ਮਾਰਗ ਬਣਾਉਂਦੀਆਂ ਹਨ ਅਤੇ ਇਹ ਇੱਕ ਰਸਤਾ ਬਣਾਉਂਦੀਆਂ। ਇਹ ਜਿਹੜੀਆਂ ਵਹਿਣੀਆਂ ਇਹ ਸਾਰਾ ਸਮਾਨ ਜੋ ਵੀ ਪੌਦੇ ਤੱਕ ਪਹੁੰਚਣਾ, ਪੌਦੇ ਤੋਂ ਪੌਦੇ ਜਿੱਦਾਂ ਅਸੀਂ ਜੜ੍ਹ ਤੋਂ ਪੱਤਿਆਂ ਤੱਕ ਲੈ ਗਏ, ਪੱਤੇ ਤੋਂ ਖਾਣਾ ਬਣ ਗਿਆ, ਉਹ ਸਾਰੇ ਪੌਦੇ ਨੂੰ ਚਾਹੀਦਾ, ਸਾਰੇ ਹਿੱਸਿਆਂ ਨੂੰ ਉੱਥੇ ਤੋਂ ਵੀ ਜਾਣਾ ਹੈ। ਉਹ ਕਿਸ ਦੇ ਦੁਆਰਾ ਜਾਂਦਾ? ਇਸ ਵਹਿਣੀਆਂ ਦੇ ਦੁਆਰਾ ਹੀ ਜਾਂਦਾ, ਠੀਕ ਹੈ। ਦਿਖਾ ਦਿੰਦੇ ਤੁਹਾਨੂੰ ਇਹ ਵਹਿਣੀਆਂ, ਆਹ ਜਿੱਦਾਂ ਪੱਤੇ ਦੇ ਉੱਤੇ ਆ ਬਣੀਆਂ ਵਾ ਲਾਈਨਸ ਜਿਹੀਆਂ ਬਣੀਆਂ ਵਾ, ਇਹ ਜਿਹੜੀਆਂ ਲਾਈਨਸ ਜਿਹੀਆਂ ਬਣੀਆਂ ਵਾ, ਹੈ ਨਾ, ਇਹ ਆਹ ਵਾਲੀਆਂ ਲਾਈਨਸ, ਇਹ ਵੀ ਵਹਿਣੀਆਂ ਹੁੰਦੀਆਂ ਨੇ, ਠੀਕ ਹੈ। ਅਤੇ ਹੋਰ ਵੀ ਦਿਖਾ ਦਿੰਦੇ ਆ ਤੁਹਾਨੂੰ। ਇਹ ਥੱਲੇ ਦੇਖੋ ਡਾਇਗਰਾਮ ਦੇ ਵਿੱਚ ਬਣੀਆਂ ਹੋਈਆਂ ਲਾਈਨਸ ਵਗੈਰਾ, ਪੱਤਿਆਂ ਦੇ ਵਿੱਚ ਲਾਈਨਸ ਜਿਹੀਆਂ ਬਣੀਆਂ ਹੋਈਆਂ, ਇਹ ਸਾਰੀਆਂ ਵਹਿਣੀਆਂ ਹੁੰਦੀਆਂ। ਇਹਨਾਂ ਦੇ ਦੁਆਰਾ ਪੋਸ਼ਕ ਤੱਤ ਇੱਧਰ ਤੋਂ ਉੱਧਰ ਜਾਂਦੇ ਪੌਦਿਆਂ ਦੇ ਵਿੱਚ, ਠੀਕ ਹੈ। ਪੌਦਿਆਂ ਵਿੱਚ ਪਦਾਰਥਾਂ ਦੇ ਸਥਾਨਾਂਤਰਣ ਦੇ ਵਿਸ਼ੇ ਵਿੱਚ ਤੁਸੀਂ ਅਧਿਆਇ 11 ਵਿੱਚ ਪੜ੍ਹੋਗੇ। ਅਸੀਂ ਅਗਲੇ ਚੈਪਟਰ ਦੇ ਵਿੱਚ ਇਸ ਦੇ ਬਾਰੇ ਸਾਰਾ ਪੜ੍ਹਾਂਗੇ, ਠੀਕ ਹੈ। ਨੈਕਸਟ ਚੈਪਟਰ ਆਊਂਗਾ 11ਵਾਂ, ਉਸ ਵੇਲੇ ਪੜ੍ਹਾਂਗੇ। ਪੱਤਿਆਂ ਵਿੱਚ ਇੱਕ ਹਰਾ ਵਰਣਕ ਹੁੰਦਾ ਹੈ, ਇੱਕ ਹਰੇ ਰੰਗ ਦਾ ਪਦਾਰਥ, ਇੱਕ ਹਰੇ ਰੰਗ ਦਾ ਧੱਬਾ ਕਹਿ ਸਕਦੇ ਅਸੀਂ ਹੁੰਦਾ ਇੱਕ ਪੱਤਿਆਂ ਦੇ ਵਿੱਚ, ਜਿਸ ਨੂੰ ਕਲੋਰੋਫਿਲ ਕਹਿੰਦੇ ਹਾਂ। ਜਿਸ ਨੂੰ ਅਸੀਂ ਕਿਆ ਕਹਿੰਦੇ? ਸ਼ਾਇਦ ਤੁਸੀਂ ਸੁਣਿਆ ਵੀ ਹੋਵੇ ਪਹਿਲਾਂ ਕਦੇ ਇਹ ਨਾਮ, ਕਲੋਰੋਫਿਲ। ਕਲੋਰੋਫਿਲ ਕੀ ਹੁੰਦਾ? ਹਰੇ ਰੰਗ ਦਾ ਹੁੰਦਾ। ਇਸ ਦੇ ਕਾਰਨ ਹੀ ਜਿਹੜੇ ਪੱਤੇ ਹੈ ਸਾਨੂੰ ਹਰੇ ਹਰੇ ਨਜ਼ਰ ਆਉਂਦੇ ਨੇ, ਠੀਕ ਹੈ ਨਾ। ਪੱਤੇ ਸਾਨੂੰ ਦਿਖਦੇ ਹੁੰਦੇ ਨਾ ਹਰੇ ਹਰੇ, ਤਾਂ ਉਹ ਇਸ ਦੇ ਕਾਰਨ ਹੀ ਨਜ਼ਰ ਆਉਂਦੇ ਨੇ, ਠੀਕ ਹੈ। ਉਹਨਾਂ ਦੇ ਵਿੱਚ ਕੀ ਹੁੰਦਾ? ਕਲੋਰੋਫਿਲ। ਕਲੋਰੋਫਿਲ ਦਾ ਕੰਮ ਕੀ ਹੈ? ਕਲੋਰੋਫਿਲ ਸੂਰਜ ਦੇ ਪ੍ਰਕਾਸ਼ ਦੀ ਊਰਜਾ ਦਾ ਸੋਖਣ ਕਰਨ ਵਿੱਚ ਪੱਤੇ ਦੀ ਮਦਦ ਕਰਦਾ ਹੈ। ਕਿਆ ਕਰਦਾ? ਕਲੋਰੋਫਿਲ ਹੁੰਦਾ। ਇਹ ਥੱਲੇ ਡਾਇਗਰਾਮ ਵੀ ਦੇਖੋ ਬਣਿਆ ਹੋਇਆ ਨਾ, ਇਹ ਦਿਖਾਇਆ ਜਾ ਰਿਹਾ, ਆਹ ਦੇਖੋ ਕਲੋਰੋਫਿਲ, ਹੈ ਨਾ। ਪੱਤਿਆਂ ਦੇ ਵਿੱਚ ਜਿਹੜਾ ਕਲੋਰੋਫਿਲ ਹੁੰਦਾ ਉਹ ਕਿਆ ਕਰਦਾ? ਸੂਰਜ ਦੇ ਪ੍ਰਕਾਸ਼ ਦੀ ਊਰਜਾ, ਸੂਰਜ ਤੋਂ ਜਿਹੜੀ ਐਨਰਜੀ ਆ ਰਹੀ, ਊਰਜਾ ਆ ਰਹੀ, ਉਹਨੂੰ ਸੋਖ ਲੈਂਦਾ, ਉਸ ਨੂੰ ਅਬਜ਼ੋਰਬ ਕਰ ਲੈਂਦਾ, ਸੋਖ ਲੈਂਦਾ। ਫਿਰ ਉਹ ਸੋਖਣ ਦੇ ਨਾਲ ਕਿਆ ਹੁੰਦਾ? ਉਸ ਐਨਰਜੀ ਨੂੰ ਅਸੀਂ ਯੂਜ਼ ਕਰਦੇ ਖਾਣਾ ਬਣਾਉਣ ਦੇ ਲਈ, ਠੀਕ ਹੈ। ਇਸ ਊਰਜਾ ਦੀ ਵਰਤੋਂ ਪਾਣੀ ਅਤੇ ਕਾਰਬਨ ਡਾਈਆਕਸਾਈਡ ਨਾਲ ਭੋਜਨ ਸੰਸਲੇਸ਼ਣ ਵਿੱਚ ਹੁੰਦੀ ਹੈ। ਅਸੀਂ ਕਿਆ ਕਰਦੇ? ਇਸ ਊਰਜਾ, ਪਾਣੀ, ਕਾਰਬਨ ਡਾਈਆਕਸਾਈਡ, ਇਹਨਾਂ ਤਿੰਨਾਂ ਤੋਂ ਅਸੀਂ ਕੀ ਕਰਦੇ ਹਾਂ? ਫਿਰ ਭੋਜਨ ਬਣਾਉਣ ਦੀ, ਪੱਤਾ ਅਸੀਂ ਕਹਿ ਸਕਦੇ ਭੋਜਨ ਬਣਾਉਣ ਦੀ ਕੋਸ਼ਿਸ਼ ਕਰਦਾ ਫਿਰ ਪਲਾਂਟ। ਅਤੇ ਇਸ ਪ੍ਰਕਿਰਿਆ ਨੂੰ ਅਸੀਂ ਕਿਆ ਕਹਿੰਦੇ? ਫੋਟੋਸਿੰਥੇਸਿਸ, ਭੋਜਨ ਸੰਸਲੇਸ਼ਣ। ਕਿਉਂਕਿ ਭੋਜਨ ਸੰਸਲੇਸ਼ਣ ਸੂਰਜ ਦੇ ਪ੍ਰਕਾਸ਼ ਦੀ ਮੌਜੂਦਗੀ ਵਿੱਚ ਹੁੰਦਾ ਹੈ। ਸਾਨੂੰ ਪਤਾ ਹੈ, ਹੁਣੇ ਪੜ੍ਹਿਆ ਅਸੀਂ, ਸੂਰਜ ਜ਼ਰੂਰੀ ਹੈ ਨਾ ਭੋਜਨ ਬਣਾਉਣ ਦੇ ਲਈ। ਇਸ ਲਈ ਅਸੀਂ ਵੇਖਿਆ ਕਿ ਕਲੋਰੋਫਿਲ ਸੂਰਜ ਦਾ ਪ੍ਰਕਾਸ਼, ਕਾਰਬਨ ਡਾਈਆਕਸਾਈਡ ਅਤੇ ਪਾਣੀ ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਹਨ। ਤਾਂ ਇਹ ਸਾਰੀਆਂ ਚੀਜ਼ਾਂ ਜੋ ਅਸੀਂ ਪੜ੍ਹੀਆਂ, ਸੂਰਜ ਦਾ ਪ੍ਰਕਾਸ਼, ਕਾਰਬਨ ਡਾਈਆਕਸਾਈਡ, ਪਾਣੀ, ਠੀਕ ਹੈ, ਇਹ ਕਿਆ ਹੈ? ਕਲੋਰੋਫਿਲ ਵੀ, ਇਹ ਸਾਡੇ ਭੋਜਨ ਬਣਾਉਣ ਲਈ ਜ਼ਰੂਰੀ ਚੀਜ਼ਾਂ ਨੇ, ਠੀਕ ਹੈ। ਇਸ ਧਰਤੀ ਉੱਤੇ ਇਹ ਇੱਕ ਅਦੁੱਤੀ ਪ੍ਰਕਿਰਿਆ ਹੈ, ਇੱਕ ਬਿਲਕੁਲ ਅਨੋਖੀ ਪ੍ਰਕਿਰਿਆ ਹੈ, ਬਿਲਕੁਲ ਯੂਨੀਕ ਹੈ। ਇਹ ਸਿਰਫ ਪਲਾਂਟ ਦੇ ਕੋਲ ਹੀ ਪਾਈ ਜਾਂਦੀ ਹੈ, ਠੀਕ ਹੈ। ਪੱਤਿਆਂ ਦੁਆਰਾ ਸੂਰਜੀ ਊਰਜਾ ਇਕੱਠੀ ਕੀਤੀ ਜਾਂਦੀ ਹੈ ਅਤੇ ਪੌਦਿਆਂ ਵਿੱਚ
ਭੋਜਨ ਦੇ ਰੂਪ ਵਿੱਚ ਜਮ੍ਹਾਂ ਹੋ ਜਾਂਦੀ ਹੈ। ਕਿਆ ਹੁੰਦਾ, ਪੱਤੇ ਸੂਰਜੀ ਊਰਜਾ ਨੂੰ ਇਕੱਠੇ ਕਰਦੇ, ਫਿਰ ਉਸ ਤੋਂ ਸਾਰੇ ਇੰਗਰੀਡੀਅੰਟ ਜਿਹੜੇ ਅਸੀਂ ਪੜ੍ਹੇ ਨਾ ਉੱਪਰ ਸਮਾਨ ਹੈ, ਜੋ ਵੀ ਕਾਰਬਨ ਡਾਈਆਕਸਾਈਡ ਵਗੈਰਾ ਲੈ ਕੇ ਉਹਨੇ ਕਿਆ ਕੀਤਾ, ਕਾਰਬਨ ਡਾਈਆਕਸਾਈਡ, ਪ੍ਰਕਾਸ਼ ਹੋ ਗਿਆ ਅਤੇ ਪਾਣੀ ਹੋ ਗਿਆ, ਇਹਨਾਂ ਤੋਂ ਭੋਜਨ ਬਣਾ ਤਾ। ਠੀਕ ਹੈ, ਅਤੇ ਇਹ ਭੋਜਨ ਕਿਆ ਹੈ, ਜਮ੍ਹਾਂ ਹੋ ਜਾਂਦਾ ਪੱਤਿਆਂ ਦੇ ਵਿੱਚ। ਇਸ ਲਈ ਸਾਰੇ ਜੀਵਾਂ ਲਈ ਸੂਰਜ ਊਰਜਾ ਦਾ ਪ੍ਰਮੁੱਖ ਸਰੋਤ ਹੈ। ਅਸੀਂ ਕਹਿ ਸਕਦੇ ਫਿਰ, ਜੇਕਰ ਪਲਾਂਟਸ ਆਪਣਾ ਖਾਣਾ ਸੂਰਜ ਤੋਂ ਬਣਾਉਂਦੇ, ਅਸੀਂ ਆਪਣਾ ਖਾਣਾ ਜਾਂ ਤਾਂ ਮੀਟ ਖਾ ਲੈਂਦੇ ਜਾਂ ਅਸੀਂ ਪਲਾਂਟਸ ਖਾ ਲੈਂਦੇ, ਹੈ ਨਾ। ਅਤੇ ਜਿਹਦਾ ਮੀਟ ਖਾਂਦੇ ਉਹਨਾਂ 'ਚੋਂ ਕੋਈ ਨਾ ਕੋਈ ਜਾਨਵਰ ਜਾ ਕੇ ਆਖਿਰਕਾਰ ਪੱਤੇ ਤਾਂ ਖਾਂਦਾ ਹੀ ਹੈ। ਠੀਕ ਹੈ, ਅਸੀਂ ਕਹਿ ਸਕਦੇ ਹਾਂ ਫਿਰ ਅਸੀਂ ਪੌਦਿਆਂ 'ਤੇ ਨਿਰਭਰ ਹੈ ਅਤੇ ਪੌਦੇ ਸੂਰਜ 'ਤੇ, ਫਿਰ ਅਸੀਂ ਕਹਿ ਸਕਦੇ ਅਸੀਂ ਸਾਰੇ ਹੀ ਸੂਰਜ 'ਤੇ ਨਿਰਭਰ ਹੈ। ਠੀਕ ਹੈ, ਭੋਜਨ ਬਣਾਉਣ ਦੇ ਲਈ ਸਾਰੇ ਹੀ ਸੂਰਜ 'ਤੇ ਨਿਰਭਰ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਪ੍ਰਕਾਸ਼ ਸੰਸਲੇਸ਼ਣ ਨਹੀਂ ਹੋਵੇਗਾ ਤਾਂ ਕੀ ਹੋਵੇਗਾ? ਪ੍ਰਕਾਸ਼ ਸੰਸਲੇਸ਼ਣ ਨਹੀਂ ਹੋਣਾ, ਪੌਦਿਆਂ ਨੇ ਨਹੀਂ ਖਾਣਾ ਬਣਾਉਣਾ, ਪੌਦਿਆਂ ਨੇ ਨਹੀਂ ਬਣਾਉਣਾ, ਜਾਨਵਰਾਂ ਨੂੰ ਨਹੀਂ ਮਿਲਣਾ, ਜਾਨਵਰਾਂ 'ਚ ਅਸੀਂ ਵੀ ਆ ਗਏ, ਇਨਸਾਨ ਵੀ, ਹੈ ਨਾ। ਕਿਸੇ ਨੂੰ ਵੀ ਆਪਣਾ ਖਾਣਾ ਨਹੀਂ ਮਿਲੂਗਾ, ਧਰਤੀ ਕਿਆ ਹੋ ਜਾਣੀ, ਖਤਮ ਹੀ ਹੋ ਜਾਣੀ, ਇੱਥੇ ਤਾਂ ਜੀਵ ਜੰਤੂ ਹੀ ਨਹੀਂ ਬਚਣੇ, ਹੈ ਨਾ। ਪ੍ਰਕਾਸ਼ ਸੰਸਲੇਸ਼ਣ ਨਾ ਹੋਣ ਦੇ ਹਾਲਤ ਵਿੱਚ ਭੋਜਨ ਉਪਲਬਧ ਨਹੀਂ ਹੋਵੇਗਾ, ਖਾਣਾ ਹੀ ਨਹੀਂ ਮਿਲਣਾ ਕਿਸੇ ਨੂੰ, ਹੈ ਨਾ। ਜੇ ਪ੍ਰਕਾਸ਼ ਸੰਸਲੇਸ਼ਣ ਨਾ ਹੋਵੇ, ਫੋਟੋਸਿੰਥੇਸਿਸ ਨਾ ਹੋਵੇ, ਖਾਣਾ ਹੀ ਨਹੀਂ ਮਿਲਣਾ। ਸਾਰੇ ਜੀਵਾਂ ਦੀ ਹੋਂਦ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੌਦਿਆਂ ਦੁਆਰਾ ਤਿਆਰ ਭੋਜਨ ਉੱਤੇ ਨਿਰਭਰ ਹੈ। ਫਿਰ ਸਾਨੂੰ ਪਤਾ ਹੀ ਆ ਅਸੀਂ ਪੌਦਿਆਂ ਦੇ ਉੱਪਰ ਨਿਰਭਰ ਹੈ, ਖਾਣੇ ਦੇ ਲਈ ਪੌਦਿਆਂ ਦੇ ਉੱਤੇ ਨਿਰਭਰ ਹੈ। ਇਸ ਦੇ ਇਲਾਵਾ ਸਾਰੇ ਜੀਵਾਂ ਲਈ ਸਭ ਤੋਂ ਜ਼ਰੂਰੀ ਆਕਸੀਜਨ ਵੀ ਪ੍ਰਕਾਸ਼ ਸੰਸਲੇਸ਼ਣ ਦੌਰਾਨ ਤਿਆਰ ਹੁੰਦੀ ਹੈ। ਤਾਂ ਅਸੀਂ ਆਕਸੀਜਨ ਲੈਂਦੇ ਆ, ਆਕਸੀਜਨ ਵੀ ਜਿਹੜੀ ਸਾਡੀ ਜਦੋਂ ਉਹ ਖਾਣਾ ਬਣਾਉਂਦਾ ਨਾ ਪੌਦਾ, ਤਾਂ ਉਹ ਆਕਸੀਜਨ ਉਹਦੇ ਵਿੱਚ ਫਾਲਤੂ ਦੀ ਬਚ ਜਾਂਦੀ, ਫਿਰ ਉਹ ਕਿਆ ਕਰਦਾ, ਉਹ ਕਹਿੰਦਾ ਆਕਸੀਜਨ ਦੀ ਮੈਨੂੰ ਤਾਂ ਜ਼ਰੂਰਤ ਨਹੀਂ ਹੈ, ਫਿਰ ਉਹ ਪੱਤਿਆਂ ਦੇ ਦੁਆਰਾ ਉਸ ਸਟੋਮੈਟਾ ਜਿਹੜਾ ਅਸੀਂ ਪੜ੍ਹਿਆ ਨਾ ਸੂਖਮ ਛੇਕ 'ਤੇ ਜਿਹੜੇ ਉਹਨਾਂ ਨੂੰ ਪੜ੍ਹਿਆ, ਉਹਨਾਂ ਦੇ ਵਿੱਚੋਂ ਫਿਰ ਆਕਸੀਜਨ ਨੂੰ ਬਾਹਰ ਛੱਡ ਦਿੰਦਾ, ਉਹ ਆ ਜਾਂਦੀ ਸਾਡੇ ਵਾਤਾਵਰਣ ਦੇ ਵਿੱਚ, ਜਿੱਥੋਂ ਅਸੀਂ ਆਕਸੀਜਨ ਸਾਹ ਦੁਆਰਾ ਅਸੀਂ ਲੈ ਲੈਂਦੇ। ਠੀਕ ਹੈ, ਫਿਰ ਇਹ ਵੀ ਸਾਨੂੰ ਫੋਟੋਸਿੰਥੇਸਿਸ ਜਾਂ ਪ੍ਰਕਾਸ਼ ਸੰਸਲੇਸ਼ਣ ਦੇ ਦੁਆਰਾ ਹੀ ਮਿਲੀ। ਠੀਕ ਹੈ, ਪ੍ਰਕਾਸ਼ ਸੰਸਲੇਸ਼ਣ ਦੀ ਗੈਰ ਹਾਜ਼ਰੀ ਵਿੱਚ ਧਰਤੀ ਉੱਤੇ ਜੀਵਨ ਦੀ ਕਲਪਨਾ ਅਸੰਭਵ ਹੈ। ਜੇ ਪ੍ਰਕਾਸ਼ ਸੰਸਲੇਸ਼ਣ ਨਾ ਹੋਵੇਗਾ ਤਾਂ ਧਰਤੀ ਉੱਤੇ ਜੀਵਨ ਤਾਂ ਹੋਣਾ ਹੀ ਨਹੀਂ। ਪ੍ਰਕਾਸ਼ ਸੰਸਲੇਸ਼ਣ ਦੇ ਦੌਰਾਨ ਪੱਤੇ ਦੇ ਕਲੋਰੋਫਿਲ ਯੁਕਤ ਸੈੱਲ ਸੂਰਜ ਦੇ ਪ੍ਰਕਾਸ਼ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਨਾਲ ਕਾਰਬੋਹਾਈਡਰੇਟ ਦਾ ਸੰਸਲੇਸ਼ਣ ਕਰਦੇ ਹਨ। ਕਿਆ ਕਰਦੇ, ਜਿਹੜੇ ਪੌਦਿਆਂ ਦਾ ਕਲੋਰੋਫਿਲ ਹੈ, ਠੀਕ ਹੈ, ਸੂਰਜ ਤੋਂ ਐਨਰਜੀ ਲੈ ਕੇ, ਪ੍ਰਕਾਸ਼ ਲੈ ਕੇ, ਸੂਰਜ ਦੇ ਪ੍ਰਕਾਸ਼ ਤੋਂ, ਪ੍ਰਕਾਸ਼ ਦੀ ਮੌਜੂਦਗੀ ਤੋਂ ਊਰਜਾ ਲੈ ਕੇ, ਠੀਕ ਹੈ, ਕਿਆ ਕਰਦਾ, ਕਾਰਬਨ ਡਾਈਆਕਸਾਈਡ ਅਤੇ ਪਾਣੀ ਦੋਨਾਂ ਨੂੰ ਮਿਕਸ ਕਰ ਲੈਂਦਾ, ਹੈ ਨਾ, ਦੋਨਾਂ ਨੂੰ ਮਿਕਸ ਕਰ ਲੈਂਦਾ, ਆਪਣੀ ਇੱਕ ਰਸਾਇਣਿਕ ਪ੍ਰਕਿਰਿਆ ਕਰਦਾ। ਠੀਕ ਹੈ, ਉਸ ਤੋਂ ਬਾਅਦ ਸਾਨੂੰ ਜੋ ਮਿਲਦਾ ਉਹ ਮਿਕਸ ਕਰਕੇ ਆਪਣੇ ਆਪ ਜੋ ਮਿਕਸ ਕਰ ਰਿਹਾ, ਉਸ ਤੋਂ ਬਾਅਦ ਕਿਆ ਮਿਲਦਾ ਸਾਨੂੰ, ਕਾਰਬੋਹਾਈਡਰੇਟ ਜੋ ਮਿਲਦਾ, ਅਸੀਂ ਉਹਨੂੰ ਕੀ ਕਹਿੰਦੇ, ਕਾਰਬੋਹਾਈਡਰੇਟ। ਠੀਕ ਹੈ, ਇਸ ਪ੍ਰਕਿਰਿਆ ਦਾ ਹੇਠ ਲਿਖੇ ਸਮੀਕਰਨ ਦੁਆਰਾ ਦਰਸਾ ਸਕਦੇ ਹਾਂ। ਅਤੇ ਅਸੀਂ ਕਿਆ ਕੀਤਾ, ਇਸ ਪ੍ਰਕਿਰਿਆ ਨੂੰ ਸਮੀਕਰਨ ਦੁਆਰਾ ਦਿਖਾਉਂਦੇ ਆ। ਕੀ ਹੁੰਦਾ, ਦੇਖੋ ਪਹਿਲਾਂ ਦੇਖੋ, ਕਾਰਬਨ ਡਾਈਆਕਸਾਈਡ ਸਾਨੂੰ ਮਿਲ ਗਈ, ਠੀਕ ਹੈ, ਕੁਦਰਤ ਤੋਂ, ਹਵਾ 'ਚੋਂ। ਠੀਕ ਹੈ, ਕਾਰਬਨ ਡਾਈਆਕਸਾਈਡ ਪਲਾਂਟ ਨੂੰ ਮਿਲ ਗਈ ਹਵਾ 'ਚੋਂ, ਸਟੋਮੈਟਾ ਦੇ ਦੁਆਰਾ, ਛੇਕ ਦੇ ਦੁਆਰਾ, ਹੈ ਨਾ। ਅਤੇ ਪਾਣੀ ਕਿੱਥੋਂ ਮਿਲਿਆ, ਪਲੱਸ ਪਾਇਆ ਨਾ ਗੱਬੇ, ਅਤੇ ਜੋੜ ਜਮ੍ਹਾਂ ਪਾਣੀ ਕਿੱਥੋਂ ਮਿਲਿਆ ਸਾਨੂੰ, ਪੌਦਿਆਂ ਦੀਆਂ ਜੜ੍ਹਾਂ 'ਚੋਂ, ਹੈ ਨਾ। ਜੜ੍ਹਾਂ ਕਿੱਥੇ ਹੈ, ਮਿੱਟੀ ਦੇ ਵਿੱਚ, ਮਤਲਬ ਪਾਣੀ ਸਾਨੂੰ ਕਿੱਥੇ ਤੋਂ ਮਿਲਿਆ, ਮਿੱਟੀ 'ਚੋਂ, ਸਾਨੂੰ ਨਹੀਂ, ਪੌਦਿਆਂ ਨੂੰ, ਹੈ ਨਾ। ਪੌਦੇ ਨੂੰ ਪਾਣੀ ਕਿੱਥੇ ਤੋਂ ਮਿਲਿਆ, ਮਿੱਟੀ 'ਚੋਂ ਮਿਲਿਆ। ਫਿਰ ਇਹ ਦੋਨੇ ਜੋੜ ਕੇ ਅਤੇ ਉੱਪਰ ਕੀ ਲਿਖਿਆ, ਸੂਰਜ ਦਾ ਪ੍ਰਕਾਸ਼ ਕਲੋਰੋਫਿਲ ਲਿਖਿਆ ਹੋਇਆ ਨਾ, ਇਹ ਕਿਆ ਹੋਇਆ, ਫਿਰ ਉਹਨੂੰ ਸੂਰਜ ਦੇ ਪ੍ਰਕਾਸ਼ ਦੇ ਵਿੱਚ ਕਲੋਰੋਫਿਲ ਨੇ ਕਿਆ ਕੀਤਾ, ਉਹਨੂੰ ਬਦਲ ਦਿੱਤਾ। ਕਿਸ ਰੂਪ 'ਚ ਬਦਲ ਦਿੱਤਾ, ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਤਾ। ਠੀਕ ਹੈ, ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਕੀ ਬਣਾ ਤਾ, ਗਲੂਕੋਜ਼।
ਤੇ ਆਕਸੀਜਨ। ਗਲੂਕੋਜ਼ ਕਿਆ ਕੀਤਾ, ਉਹ ਪਲਾਂਟ ਨੇ ਆਪਣੇ ਕੋਲ ਰੱਖ ਲਿਆ ਕਿਉਂਕਿ ਉਹਨੇ ਖਾਣਾ ਬਣਾਇਆ। ਠੀਕ ਹੈ, ਗਲੂਕੋਜ਼ ਤੋਂ ਉਹਨੂੰ ਐਨਰਜੀ ਮਿਲੀ, ਉਹਨੇ ਸਾਰੇ ਕੰਮ ਕਰਨੇ ਗਲੂਕੋਜ਼ ਦੇ ਦੁਆਰਾ। ਠੀਕ ਹੈ, ਉਹਨੇ ਰੱਖ ਲਿਆ। ਫਾਲਤੂ ਦੀ ਕੀ ਹੈ, ਆਕਸੀਜਨ। ਆਕਸੀਜਨ ਉਸੇ ਛੇਕ ਦੇ ਦੁਆਰਾ, ਜਿਸੇ ਛੇਕ 'ਚੋਂ ਕਾਰਬਨ ਡਾਈਆਕਸਾਈਡ ਅੰਦਰ ਆਈ ਤੀ, ਉਸੇ ਛੇਕ ਦੇ ਦੁਆਰਾ, ਸਟੋਮੇਟਾ ਕਹਿੰਦੇ ਜਿਹਨੂੰ ਅਸੀਂ, ਉਸੇ ਛੇਕ ਦੇ ਦੁਆਰਾ ਬਾਹਰ ਆ ਗਈ ਆਕਸੀਜਨ। ਠੀਕ ਹੈ, ਜਿਹੜੀ ਸਾਨੂੰ ਸਾਹ 'ਚ ਹੈਲਪ ਕਰਦੀ। ਤਾਂ ਹੀ ਅਸੀਂ ਕਹਿੰਦੇ ਪੌਦੇ ਸਾਨੂੰ ਆਕਸੀਜਨ ਦਿੰਦੇ ਹਨ, ਹੈ ਨਾ। ਅਤੇ ਅਸੀਂ ਕਹਿ ਸਕਦੇ ਇਹ ਜਿਹੜਾ ਗਲੂਕੋਜ਼ ਹੈ, ਅਸੀਂ ਗਲੂਕੋਜ਼ ਪੜ੍ਹਿਆ ਨਾ ਇੱਥੇ, ਇਹ ਜਿਹੜਾ ਗਲੂਕੋਜ਼ ਹੈ ਇੱਕ ਤਰ੍ਹਾਂ ਦਾ ਕਾਰਬੋਹਾਈਡਰੇਟ ਹੀ ਹੈ। ਇਹ ਲਿਖਿਆ ਨਾ ਕਾਰਬੋਹਾਈਡਰੇਟ। ਇਹ ਜਿਹੜਾ ਗਲੂਕੋਜ਼ ਹੈ ਇਹ ਕਾਰਬੋਹਾਈਡਰੇਟ ਹੀ ਹੁੰਦਾ। ਠੀਕ ਹੈ, ਕਾਰਬੋਹਾਈਡਰੇਟ ਇੱਕ ਬੜੀ ਚੀਜ਼ ਹੈ, ਗਲੂਕੋਜ਼ ਉਹਦਾ ਇੱਕ ਅੰਗ ਕਹਿ ਸਕਦੇ। ਠੀਕ ਹੈ, ਕਾਰਬੋਹਾਈਡਰੇਟ ਕਈ ਤਰ੍ਹਾਂ ਦੇ ਹੁੰਦੇ, ਉਹਨਾਂ ਦੇ ਵਿੱਚੋਂ ਇੱਕ ਕੀ ਹੈ, ਸਾਡਾ ਗਲੂਕੋਜ਼ ਹੈ। ਠੀਕ ਹੈ, ਸਮਝ ਗਏ। ਹੁਣ ਅੱਗੇ ਦੇਖੋ, ਇਸ ਪ੍ਰਕਿਰਿਆ ਵਿੱਚ ਆਕਸੀਜਨ ਮੁਕਤ ਹੁੰਦੀ ਹੈ। ਗਲੂਕੋਜ਼ ਅੰਤ ਵਿੱਚ ਸਟਾਰਚ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਕੀ ਹੁੰਦਾ, ਆਕਸੀਜਨ ਸਾਡੀ ਫ੍ਰੀ ਹੋ ਗਈ, ਹੈ ਨਾ, ਮੁਕਤ ਹੋ ਗਈ, ਬਾਹਰ ਨਿਕਲ ਗਈ। ਅਤੇ ਜਿਹੜਾ ਗਲੂਕੋਜ਼ ਹੈ ਉਹ ਬਦਲ ਜਾਂਦਾ, ਉਹ ਤੋਂ ਕੀ ਬਣ ਜਾਂਦਾ, ਸਟਾਰਚ। ਜਿਹੜੇ ਪੌਦੇ ਹੈ ਉਹਨਾਂ ਨੂੰ ਜਿਹੜਾ ਗਲੂਕੋਜ਼ ਹੈ ਉਸ ਤੋਂ ਕਿਆ ਬਣਾਉਣਾ ਪੈਂਦਾ, ਸਟਾਰਚ, ਤਾਂ ਕਿ ਉਹਨੂੰ ਰੱਖ ਲਈਏ ਖਾਣਾ ਬਾਅਦ ਦੇ ਵਿੱਚ, ਹੈਲਪ ਵੀ ਬਾਅਦ ਦੇ ਵਿੱਚ ਵੀ ਖਾਣਾ ਹੁੰਦਾ ਨਾ, ਉਹਨੂੰ ਸਟੋਰ ਕਰ ਲੈਂਦੇ ਉਹਨੂੰ, ਤਾਂ ਉਹ ਗਲੂਕੋਜ਼ ਤੋਂ ਕੀ ਬਣ ਜਾਂਦਾ, ਸਟਾਰਚ ਬਣ ਜਾਂਦਾ। ਠੀਕ ਹੈ, ਸਟਾਰਚ ਦੇ ਰੂਪ ਦੇ ਵਿੱਚ ਆਪਣੇ ਕੋਲ ਰੱਖ ਲੈਂਦੇ। ਪੱਤੇ ਵਿੱਚ ਸਟਾਰਚ ਦੀ ਮੌਜੂਦਗੀ ਪ੍ਰਕਾਸ਼ ਸੰਸਲੇਸ਼ਣ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਜੇਕਰ ਸਾਨੂੰ ਪਤਾ ਲੱਗ ਜਾਏ ਜੇ ਕਿ ਪੱਤੇ ਦੇ ਵਿੱਚ ਸਟਾਰਚ ਹੈ, ਤਾਂ ਉਸ ਸਟਾਰਚ ਤੋਂ ਸਾਨੂੰ ਪਤਾ ਲੱਗ ਜਾਣਾ ਕਿ ਉਸਨੇ ਪ੍ਰਕਾਸ਼ ਸੰਸਲੇਸ਼ਣ ਕੀਤਾ ਹੋਇਆ, ਹੈ ਨਾ, ਕਿਉਂਕਿ ਪ੍ਰਕਾਸ਼ ਸੰਸਲੇਸ਼ਣ ਦੇ ਦੁਆਰਾ ਸਟਾਰਚ ਬਣਿਆ ਹੋਇਆ। ਜੇਕਰ ਸਟਾਰਚ ਸਾਨੂੰ ਪਤਾ ਲੱਗ ਗਿਆ ਇਸ ਪੱਤੇ ਦੇ ਵਿੱਚ ਸਟਾਰਚ ਹੈ, ਤਾਂ ਉਸ ਦਾ ਇਹੀ ਮਤਲਬ ਹੋਇਆ ਕਿ ਉਸਨੇ ਪ੍ਰਕਾਸ਼ ਸੰਸਲੇਸ਼ਣ ਕੀਤਾ ਹੀ ਹੋਣਾ। ਠੀਕ ਹੈ, ਸਟਾਰਚ ਵੀ ਇੱਕ ਪ੍ਰਕਾਰ ਦਾ ਕਾਰਬੋਹਾਈਡਰੇਟ, ਅਤੇ ਸਟਾਰਚ ਵੀ ਕਿਆ ਹੈ, ਕਾਰਬੋਹਾਈਡਰੇਟ ਹੀ ਹੈ। ਜਿੱਦਾਂ ਗਲੂਕੋਜ਼ ਕਾਰਬੋਹਾਈਡਰੇਟ, ਤਾਂ ਸਟਾਰਚ ਵੀ ਉਸੇ ਤਰ੍ਹਾਂ ਕਾਰਬੋਹਾਈਡਰੇਟ ਹੀ ਹੈ। ਠੀਕ ਹੈ, ਹੁਣ ਇਹ ਡਾਇਗਰਾਮ ਦੇ ਵਿੱਚ ਦੇਖੋ ਤੁਸੀਂ ਇੱਕ ਵਾਰ, ਇਹ ਜਿਹੜਾ ਡਾਇਗਰਾਮ ਹੈ ਇਸ ਦੇ ਵਿੱਚ ਦੇਖੋ ਕੀ ਹੈ। ਇਸ ਦੇ ਵਿੱਚ ਕਾਰਬਨ ਡਾਈਆਕਸਾਈਡ ਕਿੱਥੋਂ ਮਿਲੀ ਸਾਨੂੰ, ਵਾਤਾਵਰਣ 'ਚੋਂ, ਹੈ ਨਾ, ਬਾਹਰ ਤੋਂ, ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ, ਅਤੇ ਸੂਰਜੀ ਊਰਜਾ ਸੂਰਜ ਤੋਂ। ਠੀਕ ਹੈ, ਅਤੇ ਉਸ ਤੋਂ ਬਾਅਦ ਕੀ ਹੈ, ਜੜ੍ਹਾਂ ਦੇ ਵਿੱਚੋਂ ਕੀ ਮਿਲਿਆ ਸਾਨੂੰ, ਪਾਣੀ ਅਤੇ ਖਣਿਜ। ਠੀਕ ਹੈ, ਜੜ੍ਹਾਂ 'ਚੋਂ ਕੀ ਮਿਲ ਗਿਆ, ਪਾਣੀ ਅਤੇ ਖਣਿਜ। ਪੱਤਿਆਂ 'ਚ ਕੀ ਹੁੰਦਾ, ਕਲੋਰੋਫਿਲ। ਕਲੋਰੋਫਿਲ ਦਾ ਫਿਰ ਕਿਆ ਕੀਤਾ, 1 2 3, ਇਹ ਜਿਹੜੀਆਂ 3 ਜਾਂ 4 ਚੀਜ਼ਾਂ ਦਿਖੀਆਂ ਵਿੱਚ, ਉਹਨਾਂ ਨੂੰ ਇਕੱਠਾ ਕਰਕੇ ਕਲੋਰੋਫਿਲ ਨੇ ਇੱਥੇ ਪੱਤਿਆਂ ਦੇ ਵਿੱਚ ਖਾਣਾ ਬਣਾ ਦਿੱਤਾ। ਠੀਕ ਹੈ, ਅਤੇ ਉਸਨੇ ਖਾਣਾ ਬਣਾਇਆ, ਅਤੇ ਉਸ ਤੋਂ ਬਾਅਦ ਉਹ ਖਾਣਾ ਕਿਸ ਤਰ੍ਹਾਂ ਬਣ ਗਿਆ, ਉਹਦਾ ਕੀ ਬਣਿਆ, ਗਲੂਕੋਜ਼, ਅਤੇ ਗਲੂਕੋਜ਼ ਤੋਂ ਬਾਅਦ ਉਹਦਾ ਬਣ ਗਿਆ ਸਟਾਰਚ। ਠੀਕ ਹੈ, ਪੌਦੇ ਨੇ ਕੀ ਬਣਾਤਾ, ਸਟਾਰਚ। ਅਤੇ ਫਾਲਤੂ ਦੀ ਇੱਕ ਚੀਜ਼ ਨਿਕਲੀ ਜਿਹਨੂੰ ਅਸੀਂ ਕੀ ਕਿਹਾ, ਜਿਹੜੀ ਪੌਦੇ ਨੇ ਨਹੀਂ ਵਰਤਣੀ ਸੀ, ਆਕਸੀਜਨ। ਆਕਸੀਜਨ ਕਿਆ ਹੋਈ, ਬਾਹਰ, ਆਕਸੀਜਨ ਚਲੀ ਗਈ ਪੌਦਿਆਂ ਤੋਂ ਬਾਹਰ। ਠੀਕ ਹੈ, ਪੌਦੇ, ਆਕਸੀਜਨ ਕਿਆ ਹੋਈ, ਪੌਦੇ ਤੋਂ ਬਾਹਰ, ਪੱਤਿਆਂ ਤੋਂ ਬਾਹਰ, ਇਸ ਤਰ੍ਹਾਂ ਚਲੀ ਗਈ। ਠੀਕ ਹੈ, ਸਮਝ ਗਏ ਬੱਚਿਓ। ਅੱਗੇ ਦੇਖੋ, ਇੱਕ ਲਿਖਿਆ, ਪੱਤਿਆਂ ਤੋਂ ਇਲਾਵਾ ਪੌਦਿਆਂ ਦੇ ਦੂਜੇ ਹਰੇ ਭਾਗਾਂ ਜਿਵੇਂ ਕਿ ਹਰੇ ਤਣੇ ਅਤੇ ਹਰੀਆਂ ਟਾਹਣੀਆਂ ਵਿੱਚ ਵੀ ਪ੍ਰਕਾਸ਼ ਸੰਸਲੇਸ਼ਣ ਹੁੰਦਾ ਹੈ। ਪੱਤਿਆਂ ਦੇ ਵਿੱਚ ਹੀ ਨਹੀਂ, ਕਿਉਂਕਿ ਪੱਤਿਆਂ ਦੇ ਵਿੱਚ ਜ਼ਿਆਦਾਤਰ ਹੁੰਦਾ, ਹੈ ਨਾ, ਅਤੇ ਬਾਕੀ ਜਿਹੜੀ ਵੀ ਹਰੀ ਚੀਜ਼ ਦਿਖ ਰਹੀ ਉਹ ਪੌਦੇ ਦੇ ਵਿੱਚ, ਉਹ 'ਚ ਕਲੋਰੋਫਿਲ ਤਾਂ ਹੋਣਾ ਹੀ ਹੋਣਾ ਹੈ, ਅਤੇ ਕਲੋਰੋਫਿਲ ਹੋਣਾ ਤਾਂ ਉੱਥੇ ਪ੍ਰਕਾਸ਼ ਸੰਸਲੇਸ਼ਣ ਵੀ ਹੋ ਸਕਦਾ, ਹੈ ਨਾ। ਮਾਰੂਥਲੀ ਪੌਦਿਆਂ ਵਿੱਚ ਵਾਸ਼ਪ ਉਤਸਰਜਨ ਦੁਆਰਾ ਜਲ ਦੀ ਕਮੀ ਨੂੰ ਘੱਟ ਕਰਨ ਲਈ, ਤੁਹਾਨੂੰ ਦੱਸਿਆ ਨਾ, ਪੱਤੇ ਸਵੇਰ ਨੂੰ ਆਪਣੇ 'ਚੋਂ ਪਾਣੀ ਕੱਢ ਦਿੰਦੇ। ਜੇਕਰ ਸਾਡੇ ਪੌਦੇ ਹੈ ਉਹ ਪਹਿਲੀ ਮਾਰੂਥਲ ਦੇ ਵਿੱਚ ਹੈ, ਰੇਗਿਸਤਾਨ ਦੇ ਵਿੱਚ ਹੈ, ਰਤੀਲੀ ਜਗ੍ਹਾ 'ਚ, ਜਿੱਥੇ ਪਾਣੀ ਨਹੀਂ ਹੈਗਾ, ਫਿਰ ਜੇਕਰ ਉੱਥੇ ਪੱਤੇ ਬੜੇ ਹੋਣ, ਉਹ ਤਾਂ ਪੌਦੇ ਨੇ ਮਰ ਜਾਣਾ, ਕਿਉਂਕਿ ਉਹਦਾ ਪਾਣੀ ਸਾਰਾ ਉੜ ਜਾਣਾ। ਠੀਕ ਹੈ ਨਾ, ਪਾਣੀ ਤਾਂ ਉੜ ਜਾਣਾ, ਸਵੇਰ ਵੇਲੇ ਵੀ ਉਹਨਾਂ ਪਾਣੀ ਛੱਡ ਦੇਣਾ, ਅਤੇ ਜਦ ਉਹ ਧੁੱਪ ਪੈਣੀ ਹੈ ਅਤੇ ਪੌਦਿਆਂ ਦੀ ਜਗ੍ਹਾ, ਪੌਦੇ ਦੀ ਬੜੀ ਜਗ੍ਹਾ ਬੜੀ ਹੋ ਜਾਣੀ, ਕਿਉਂਕਿ ਪੱਤੇ
ਪੱਤਿਆਂ ਨਾਲ ਉਹਨੂੰ ਬੜਾ ਦਿਖਾਉਣ ਲੱਗ ਪੈਣਾ, ਪੌਦੇ ਨੂੰ, ਹੈ ਨਾ, ਬੜਾ ਦਿਖਾਉਣ ਲੱਗ ਪੈਣਾ। ਮਤਲਬ ਉਹਦੇ ਉੱਪਰ ਜ਼ਿਆਦਾ ਊਰਜਾ ਪੈਣ ਲੱਗ ਪੈਣੀ ਸੂਰਜ ਦੀ। ਜਦੋਂ ਜ਼ਿਆਦਾ ਜਗ੍ਹਾ ਦੇ ਉੱਪਰ ਊਰਜਾ ਪੈਣ ਲੱਗ ਪਈ ਸੂਰਜ ਦੀ, ਤਾਂ ਉਹ ਜਿਹੜਾ ਪਾਣੀ ਹੈ ਵਾਸ਼ਪੀਕਰਨ ਹੋ ਜਾਂਦਾ ਉਹਦਾ, ਠੀਕ ਹੈ, ਉੱਡ ਜਾਂਦਾ ਪਾਣੀ, ਠੀਕ ਹੈ। ਅਤੇ ਇਸ ਚੀਜ਼ ਤੋਂ ਬਚਣ ਲਈ ਕਿਆ ਹੁੰਦਾ, ਭਾਲੇ ਵਰਗੇ ਜਾਂ ਸੂਈ ਰੂਪੀ ਹੋ ਜਾਂਦੇ ਹਨ। ਕਿਆ ਹੁੰਦਾ, ਉਹਨਾਂ ਦੇ ਜਿਹੜੇ ਪੱਤੇ ਹੈ ਉਹ ਤਿੱਖੇ ਨੁਕੀਲੇ ਹੋ ਜਾਂਦੇ, ਜਿੱਦਾਂ ਅਸੀਂ ਕਹਿ ਸਕਦੇ ਸੂਈਆਂ, ਕੰਡੇ ਵਾਲੇ, ਹੈ ਨਾ, ਕੰਡੇ ਹੁੰਦੇ ਨਾ, ਕੰਡਿਆਂ ਵਰਗੇ ਪੱਤੇ ਹੋ ਜਾਂਦੇ ਉਹਨਾਂ ਦੇ, ਠੀਕ ਹੈ। ਇਹਨਾਂ ਪੌਦਿਆਂ ਦੇ ਤਣੇ ਹਰੇ ਹੁੰਦੇ ਹਨ ਜੋ ਪ੍ਰਕਾਸ਼ ਸੰਸਲੇਸ਼ਣ ਦਾ ਕੰਮ ਕਰਦੇ ਹਨ। ਹੁਣ ਪੱਤੇ ਤਾਂ ਹੁਣ ਪਤਲੇ ਹੋ ਗਏ, ਡੰਡੇ ਵਰਗੇ ਹੋ ਗਏ, ਜਾਂ ਅਸੀਂ ਕਹਿ ਸਕਦੇ ਸੂਈ ਵਰਗੇ ਹੋ ਗਏ। ਅਤੇ ਹੁਣ ਸਾਡੇ ਕੋਲ ਪ੍ਰਕਾਸ਼ ਸੰਸਲੇਸ਼ਣ ਕਿਹੜੀ ਚੀਜ਼ ਕਰਦੀ, ਉਹਨਾਂ ਦੀ ਤਣਾ ਕਰਦਾ, ਠੀਕ ਹੈ, ਉਹਨਾਂ ਦਾ ਤਣਾ ਹੈਲਪ ਕਰਦਾ ਫਿਰ, ਠੀਕ ਹੈ। ਮਤਲਬ ਪ੍ਰਕਾਸ਼ ਸੰਸਲੇਸ਼ਣ ਪੱਤਿਆਂ 'ਚ ਨਹੀਂ, ਪੌਦਿਆਂ 'ਚ ਜਿੱਥੇ ਹਰਾ ਰੰਗ ਦਿਖ ਰਿਹਾ ਉੱਥੇ ਹੋ ਸਕਦਾ, ਜਿੱਥੇ ਵੀ, ਜਿੱਦਾਂ ਹੁਣ ਅਸੀਂ ਕਹਿ ਦਿੱਤਾ ਤਣੇ ਦੇ ਵਿੱਚ ਵੀ ਹੋ ਜਾਂਦਾ, ਟਾਹਣੀਆਂ ਦੇ ਵਿੱਚ ਵੀ ਹੋ ਜਾਂਦਾ, ਠੀਕ ਹੈ। ਚਲਿਏ ਅੱਗੇ, ਇਹ ਅਸੀਂ ਕਿਰਿਆ ਪੜ੍ਹ ਰਹੇ 1.1, ਕਿਰਿਆ 1.1। ਇਸ ਵਿੱਚ ਕੀ ਹੈ, ਇੱਕ ਹੀ ਕਿਸਮ ਦੇ ਪੌਦਿਆਂ ਦੇ 2 ਗਮਲੇ ਲਓ। ਅਸੀਂ ਕੀ ਲਿਆ, 2 ਪੌਦੇ ਅਲੱਗ ਅਲੱਗ ਹੈ, ਉਹਨਾਂ ਨੂੰ ਗਮਲਿਆਂ ਦੇ ਵਿੱਚ ਪਾ ਦਿੱਤਾ, ਇੱਕੋ ਕਿਸਮ ਦੇ ਹੋਣੇ ਚਾਹੀਦੇ, ਠੀਕ ਹੈ। ਜਿੱਦਾਂ ਅਸੀਂ ਕਹਿ ਸਕਦਾ ਦੋਨੇ ਪੌਦੇ ਅਸੀਂ ਲੈ ਲਏ ਨਿੰਮ ਦੇ, ਠੀਕ ਹੈ। ਇੱਕ ਨੂੰ ਹਨੇਰੇ ਵਿੱਚ 72 ਘੰਟਿਆਂ ਲਈ ਰੱਖੋ ਅਤੇ ਦੂਜੇ ਨੂੰ ਪ੍ਰਕਾਸ਼ ਵਿੱਚ ਰੱਖੋ। ਇੱਕ ਨੂੰ ਅਸੀਂ ਬੰਦ ਕਮਰੇ ਦੇ ਵਿੱਚ ਰੱਖ ਦਿੰਦੇ ਹਾਂ, ਜਿੱਥੇ ਸਾਨੂੰ ਊਰਜਾ ਨਹੀਂ ਦਿਖਦੀ, ਸੂਰਜ ਨਹੀਂ ਦਿਖਦਾ, ਠੀਕ ਹੈ। ਦੂਜੇ ਪਾਸੇ ਅਸੀਂ ਇੱਕ ਨੂੰ ਗਰਾਊਂਡ ਦੇ ਵਿੱਚ ਰੱਖ ਦੇਵਾਂਗੇ, ਜਿੱਥੇ ਸੂਰਜ ਹੁੰਦਾ ਹੈ, ਠੀਕ ਹੈ। ਦੋਵਾਂ ਪੌਦਿਆਂ ਦੇ ਪੱਤਿਆਂ ਵਿੱਚ ਆਇਓਡੀਨ ਟੈਸਟ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਜਮਾਤ 6ਵੀਂ ਵਿੱਚ ਕੀਤਾ ਸੀ। ਹੁਣ ਸਾਨੂੰ ਪਤਾ ਹੈ, ਜਿਹੜਾ ਜਦ ਅਸੀਂ 6ਵੀਂ ਕਲਾਸ ਦੇ ਵਿੱਚ ਪੜ੍ਹਿਆ ਸੀ, ਕਿ ਆਇਓਡੀਨ ਪਾਉਣ ਦੇ ਨਾਲ ਜਿਹੜੇ ਪੌਦੇ ਹੈ ਉਹਨਾਂ ਦਾ ਜਦ ਜਿੱਥੇ ਵੀ ਅਸੀਂ ਪਾਵਾਂਗੇ ਉਹਦਾ ਰੰਗ ਜਦ ਬੈਂਗਣੀ ਹੋ ਜਾਂਦਾ, ਠੀਕ ਹੈ, ਉੱਥੇ ਤੋਂ ਸਾਨੂੰ ਕਿਆ ਪਤਾ ਲੱਗਦਾ ਕਿ ਉਹਦੇ ਵਿੱਚ ਕਾਰਬੋਹਾਈਡਰੇਟ ਹੈ। ਕਾਰਬੋਹਾਈਡਰੇਟ ਕਿਹੜਾ ਹੋ ਗਿਆ ਹੁਣ ਇਹਦੇ ਵਿੱਚ, ਸਟਾਰਚ, ਹੈ ਨਾ। ਉੱਥੇ ਤੋਂ ਸਾਨੂੰ ਪਤਾ ਲੱਗ ਜਾਣਾ ਸਟਾਰਚ ਹੈ। ਜੇ ਸਟਾਰਚ ਹੈ ਤਾਂ ਇਸਦਾ ਮਤਲਬ ਉਸ ਦੇ ਵਿੱਚ ਪ੍ਰਕਾਸ਼ ਸੰਸਲੇਸ਼ਣ ਹੋਇਆ, ਉਸ 'ਚ ਫੋਟੋਸਿੰਥੇਸਿਸ ਹੋਇਆ ਹੋਣਾ, ਠੀਕ ਹੈ। ਆਪਣੇ ਪ੍ਰੀਖਣਾਂ ਨੂੰ ਨੋਟ ਕਰੋ। ਹੁਣ ਉਸ ਗਮਲੇ ਨੂੰ ਜਿਸ ਨੂੰ ਹਨੇਰੇ ਵਿੱਚ ਰੱਖਿਆ ਸੀ 3-4 ਦਿਨ ਦੇ ਲਈ ਸੂਰਜ ਦੇ ਵਿੱਚ ਪ੍ਰਕਾਸ਼ ਵਿੱਚ ਰੱਖ ਦਿਓ ਅਤੇ ਫਿਰ ਇਸ ਦੇ ਪੱਤੇ ਉੱਤੇ ਆਇਓਡੀਨ ਪ੍ਰੀਖਣ ਕਰੋ। ਆਪਣੇ ਪ੍ਰੀਖਣ ਆਪਣੇ ਨੋਟਬੁੱਕ ਵਿੱਚ ਲਿਖੋ। ਹੁਣ ਕਿਆ ਹੋਇਆ, ਜਿਹੜਾ ਪੱਤਾ ਹਨੇਰੇ ਵਿੱਚ ਤਾਂ ਉਸ ਦੇ ਉੱਪਰ ਆਇਓਡੀਨ ਪਾਇਆ, ਇੱਕ ਜਿਹੜਾ ਸੂਰਜ ਦੇ ਵਿੱਚ ਰਿਹਾ ਉਸ ਦੇ ਉੱਪਰ ਆਇਓਡੀਨ ਪਾਇਆ। ਕੀ ਹੋਇਆ, ਜਿਹੜਾ ਹਨੇਰੇ 'ਚ ਪਾਇਆ ਤਾਂ ਉੱਥੇ ਰੰਗ ਤਾਂ ਉੱਥੇ ਵੀ ਦਿਖਿਆ ਪਰ ਘੱਟ ਦਿਖਿਆ, ਕਿਉਂਕਿ ਉਹ 'ਚ ਘੱਟ ਸਟਾਰਚ ਬਣਿਆ। ਜਿਹੜਾ ਬਾਹਰ ਹੈ ਉਸ 'ਚ ਜ਼ਿਆਦਾ ਰੰਗ ਦਿਖਿਆ ਗੂੜਾ, ਠੀਕ ਹੈ, ਉੱਥੇ ਜ਼ਿਆਦਾ ਸਟਾਰਚ ਸੀ, ਠੀਕ ਹੈ। ਪਰ ਜਦ ਅਸੀਂ ਉਸੇ ਜਿਹੜੇ ਹਨੇਰੇ ਵਾਲੇ ਪੌਦੇ ਨੂੰ ਧੁੱਪ 'ਚ ਰੱਖਿਆ 3-4 ਦਿਨ ਦੇ ਲਈ, ਫਿਰ ਉਸ ਦੇ ਉੱਪਰ ਆਇਓਡੀਨ ਸੋਲਿਊਸ਼ਨ ਪਾਇਆ, ਹੁਣ ਉਹਦਾ ਵੀ ਉਨਾ ਹੀ ਰੰਗ ਬੈਂਗਣੀ ਹੋ ਗਿਆ ਜਿੰਨਾ ਪਹਿਲਾਂ ਵਾਲੇ ਦਾ ਹੋਇਆ ਸੀ ਜਦ ਅਸੀਂ ਆਇਓਡੀਨ ਸੋਲਿਊਸ਼ਨ ਪਾਇਆ ਉਹਦੇ ਉੱਤੇ, ਠੀਕ ਹੈ। ਤਾਂ ਸਾਨੂੰ ਕੀ ਪਤਾ ਲੱਗਿਆ ਵੀ ਇਹ 'ਚ ਸਟਾਰਚ ਹੋਣਾ ਹੈ। ਇਸ ਦਾ ਮਤਲਬ ਕੀ ਹੈ, ਜੇ ਸਟਾਰਚ ਹੈ ਤਾਂ ਫੋਟੋਸਿੰਥੇਸਿਸ ਹੈ। ਫੋਟੋਸਿੰਥੇਸਿਸ ਫਿਰ ਕਿੱਦਾਂ ਹੋਇਆ ਹੋਣਾ, ਜੇਕਰ ਪ੍ਰਕਾਸ਼ ਹੋਊਗਾ, ਠੀਕ ਹੈ। ਇਸ ਦਾ ਮਤਲਬ ਪ੍ਰਕਾਸ਼ ਦਾ ਹੋਣਾ ਜ਼ਰੂਰੀ ਹੈ ਫੋਟੋਸਿੰਥੇਸਿਸ ਦੇ ਲਈ, ਠੀਕ ਹੈ। ਹਰੇ ਪੱਤੇ ਤੋਂ ਇਲਾਵਾ ਹੋਰ ਰੰਗ ਦੇ ਪੱਤਿਆਂ ਵਿੱਚ ਵੀ ਕਲੋਰੋਫਿਲ ਹੁੰਦਾ ਹੈ। ਹੁਣ ਜ਼ਰੂਰੀ ਨਹੀਂ ਜਿਹੜਾ ਹਰਾ ਪੱਤਾ ਉਹ 'ਚ ਕਲੋਰੋਫਿਲ ਹੁੰਦਾ, ਭੂਰੇ ਪੱਤੇ ਵੀ ਹੁੰਦੇ ਹੈ ਜਿਨ੍ਹਾਂ ਵਿੱਚ ਕਲੋਰੋਫਿਲ ਹੋ ਸਕਦਾ ਹੈ ਨਾ। ਪਰੰਤੂ ਇਹਨਾਂ ਪੱਤਿਆਂ ਵਿੱਚ ਮੌਜੂਦ ਲਾਲ, ਭੂਰੇ ਜਾਂ ਹੋਰ ਰੰਗ ਕਲੋਰੋਫਿਲ ਦੇ ਹਰੇ ਰੰਗ ਨੂੰ ਢੱਕ ਲੈਂਦੇ ਹਨ। ਕੀ ਹੁੰਦਾ ਹੈ, ਜਿਹੜਾ ਕਲੋਰੋਫਿਲ ਹੈ ਉਹਦਾ ਹਰਾ ਰੰਗ ਹੈ। ਕਈ ਹੋਰ ਪਦਾਰਥ ਵੀ ਹੁੰਦੇ ਆ ਉਸ ਤੋਂ ਇਲਾਵਾ ਜਿਨ੍ਹਾਂ ਦਾ ਹੋਰ ਹੋਰ ਰੰਗ ਹੁੰਦਾ, ਜਿੱਦਾਂ ਲਾਲ, ਭੂਰਾ, ਹੋਰ ਰੰਗ ਵੀ ਹੋ ਸਕਦਾ, ਠੀਕ ਹੈ। ਉਹ ਪਦਾਰਥ ਗਿਣਤੀ ਦੇ ਵਿੱਚ ਕਲੋਰੋਫਿਲ ਤੋਂ ਜ਼ਿਆਦਾ ਹੋ ਜਾਂਦੇ। ਕਲੋਰੋਫਿਲ ਮੰਨ ਲਓ 10 ਹੈ, ਉਹ 11 ਹੋ ਗਏ। ਜੇ ਕਲੋਰੋਫਿਲ 50 ਹੈ ਉਹ 51 ਹੋ ਗਏ। ਜੇਕਰ 60 ਹੈ ਉਹ 100 ਹੋ ਗਏ, ਠੀਕ ਹੈ। ਇਸ ਕਰਕੇ ਕਲੋਰੋਫਿਲ ਦਾ ਹਰਾ ਰੰਗ ਨੂੰ ਉਹ ਜਿਹੜਾ ਹਰਾ ਰੰਗ ਹੈ ਉਸ ਨੂੰ ਢੱਕ ਲੈਂਦੇ। ਫਿਰ ਸਾਨੂੰ ਜਿਹੜਾ ਜ਼ਿਆਦਾਤਰ ਰੰਗ ਤੇ ਕਿਹੜਾ ਦਿਖਣਾ, ਜਿਹੜਾ ਜ਼ਿਆਦਾ ਮਾਤਰਾ ਦੇ ਵਿੱਚ ਹੈ, ਜਾਂ ਉਹ ਲਾਲ ਹੋਊਗਾ, ਭੂਰਾ ਹੋਊਗਾ। ਇਸ ਦਾ ਮਤਲਬ ਕਲੋਰੋਫਿਲ ਤਾਂ ਹੈ ਉਸ ਦੇ ਵਿੱਚ, ਪਰ ਹੋਰ ਰੰਗ ਵੀ ਹੈਗੇ ਆ, ਠੀਕ ਹੈ, ਜਿਹੜੇ ਜ਼ਿਆਦਾ ਮਾਤਰਾ 'ਚ। ਇਸ ਦਾ ਮਤਲਬ ਖਾਣਾ ਤਾਂ ਫਿਰ ਵੀ ਬਣਾ ਸਕਦਾ, ਕਲੋਰੋਫਿਲ ਤਾਂ ਹੈਗਾ ਹੀ ਹੈ ਨਾ ਉਹਦੇ ਵਿੱਚ। ਇਹਨਾਂ ਪੱਤਿਆਂ ਵਿੱਚ ਵੀ ਪ੍ਰਕਾਸ਼ ਸੰਸਲੇਸ਼ਣ ਹੁੰਦਾ ਹੈ, ਫਿਰ ਇਹਨਾਂ ਦੇ ਵਿੱਚ ਵੀ ਭੋਜਨ ਬਣਾਇਆ ਜਾ ਸਕਦਾ। ਤੁਸੀਂ ਗਿੱਲੀਆਂ ਦੀਵਾਰਾਂ ਉੱਤੇ ਤਲਾਬਾਂ ਜਾਂ ਠਹਿਰੇ ਹੋਏ
ਜਲ ਭੰਡਾਰਾਂ ਵਿੱਚ ਹਰੇ ਧਾਗੇ ਵਰਗੇ ਕਾਫੀ ਪੌਦੇ ਵੇਖੇ ਹਨ। ਅਸੀਂ ਦੇਖਿਆ ਨਾ ਜਦ ਤਲਾਬ ਵਗੈਰਾ ਦੇ ਵਿੱਚ ਜਾਂ ਫਿਰ ਜਿੱਥੇ ਪਾਣੀ ਜ਼ਿਆਦਾ ਦੇਰ ਖੜ੍ਹਾ ਰਹਿੰਦਾ ਹਰੀ ਹਰੀ ਕਾਈ ਜੰਮ ਜਾਂਦੀ ਥੱਲੇ। ਠੀਕ ਹੈ, ਇਹ ਆਮ ਤੌਰ 'ਤੇ ਕੁਝ ਜੀਵਾਂ ਦੇ ਵਾਧੇ ਕਾਰਨ ਬਣਦੇ ਹਨ ਜਿਨ੍ਹਾਂ ਨੂੰ ਕਾਈ ਕਹਿੰਦੇ ਹਨ। ਐਲਗੇ ਜਾਂ ਕਾਈ। ਠੀਕ ਹੈ, ਕੀ ਕਹਿੰਦੇ ਇੰਗਲਿਸ਼ 'ਚ? ਐਲਗੇ। ਐਲਗੇ। ਠੀਕ ਹੈ, ਅਸੀਂ ਕੀ ਕਹਿੰਦੇ ਇਹਨੂੰ? ਐਲਗੇ ਜਾਂ ਕਾਈ ਕਹਿ ਦਿੰਦੇ ਇਹਨਾਂ ਜੀਵਾਂ ਨੂੰ। ਅਸੀਂ ਕੀ ਕਹਿੰਦੇ? ਐਲਗੇ ਜਾਂ ਕਾਈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹਨਾਂ ਦਾ ਰੰਗ ਹਰਾ ਕਿਉਂ ਹੈ? ਇਹਨਾਂ ਦਾ ਰੰਗ ਕਿਉਂ ਹਰਾ ਹੈ? ਉਹੀ ਜਿਹਦੇ ਕਰਕੇ ਪੌਦਿਆਂ ਦਾ ਰੰਗ ਹਰਾ ਹੈ, ਮਤਲਬ ਕਲੋਰੋਫਿਲ। ਠੀਕ ਹੈ, ਇਹਨਾਂ ਵਿੱਚ ਕਲੋਰੋਫਿਲ ਹੁੰਦਾ ਹੈ। ਫਿਰ ਐਲਗੇ ਦੇ ਵਿੱਚ ਵੀ ਕੀ ਹੁੰਦਾ? ਕਲੋਰੋਫਿਲ ਹੁੰਦਾ, ਜਿਸ ਦੇ ਕਾਰਨ ਇਹ ਹਰੇ ਵਿਖਾਈ ਦਿੰਦੇ ਹਨ। ਜੇ ਕਲੋਰੋਫਿਲ ਹੈ ਫਿਰ ਉਹ ਖਾਣਾ ਵੀ ਬਣਾ ਸਕਦੇ ਹਨ। ਇਹਦੇ ਕਰਕੇ ਕਿਹਾ ਹੈ, ਕਲੋਰੋਫਿਲ ਦੇ ਕਰਕੇ ਕੀ ਹੈ? ਉਹ ਹਰੇ ਦਿਖਦੇ। ਜੇ ਉਹ ਹਰੇ ਹੈ ਤਾਂ ਉਹ ਖਾਣਾ ਵੀ ਬਣਾ ਸਕਦੇ। ਠੀਕ ਹੈ, ਕਾਈ ਜਾਂ ਐਲਗੇ ਵੀ ਪ੍ਰਕਾਸ਼ ਸੰਸਲੇਸ਼ਣ ਦੁਆਰਾ ਆਪਣਾ ਭੋਜਨ ਖੁਦ ਬਣਾਉਂਦੇ ਹਨ। ਮਤਲਬ ਅਸੀਂ ਪਲਾਂਟਸ ਤਾਂ ਪੜ੍ਹ ਹੀ ਲਿਆ, ਕਾਈ ਵੀ ਆਪਣਾ ਭੋਜਨ ਹੁਣ ਖੁਦ ਬਣਾ ਲੈਂਦੀ। ਠੀਕ ਹੈ, ਪਲਾਂਟਸ ਤਾਂ ਹੈਗੇ ਹੀ ਤੇ ਪਹਿਲਾਂ ਹੀ ਸਾਰੇ ਪਲਾਂਟਸ ਜੋ ਵੀ ਹੈਗੇ ਹੈ ਨਾ। ਹੁਣ ਇੱਕ ਨਵੀਂ ਚੀਜ਼ ਕੀ ਜੁੜ ਗਈ? ਐਲਗੇ ਜਾਂ ਕਾਈ। ਕਾਈ ਵੀ ਆਪਣਾ ਭੋਜਨ ਖੁਦ ਬਣਾ ਲੈਂਦੀ ਹੈ। ਠੀਕ ਹੈ ਬੱਚਿਓ, ਅੱਜ ਅਸੀਂ ਬਸ ਇੱਥੇ ਹੀ ਇਸ ਚੈਪਟਰ ਨੂੰ ਫਿਲਹਾਲ ਪੌਜ਼ ਕਰਦੇ ਹਾਂ। ਠੀਕ ਹੈ, ਅਗਲੀ ਵੀਡੀਓ 'ਚ ਅੱਗੇ ਤੋਂ ਅਸੀਂ ਕੰਟੀਨਿਊ ਕਰਾਂਗੇ। ਅਤੇ ਤੁਸੀਂ ਕੀ ਕਰਨਾ, ਇਹ ਜੋ ਵੀ ਪੜ੍ਹਿਆ ਇਹਨੂੰ ਇੱਕ ਵਾਰ ਦੁਬਾਰੇ ਤੋਂ ਆਪਣੀ ਬੁੱਕਸ ਲੈ ਕੇ ਪੜ੍ਹ ਲੈਣਾ, ਨਾਲ ਦੁਬਾਰੇ ਤੋਂ ਵੀਡੀਓ ਦੇਖ ਲੈਣੀ ਅਗਰ ਇੱਕ ਵਾਰ ਸਮਝ ਨਹੀਂ ਆਇਆ। ਅਗਰ ਫਿਰ ਵੀ ਸਮਝ ਨਾ ਆਵੇ ਤਾਂ ਕਮੈਂਟ ਬਾਕਸ 'ਚ ਟਾਈਪ ਕਰ ਦਿਓ ਕਿਹੜੀ ਚੀਜ਼ ਨਹੀਂ ਸਮਝ ਆਈ, ਤਾਂ ਮੈਂ ਉਸਨੂੰ ਅਗਲੀ ਵੀਡੀਓ ਦੇ ਵਿੱਚ ਦੁਬਾਰੇ ਤੋਂ ਦੱਸ ਦੇਵਾਂਗਾ। ਠੀਕ ਹੈ, ਅਤੇ ਅਸੀਂ ਬੁੱਕਸ ਰਾਹੀਂ ਜਿਹੜਾ ਪੜ੍ਹਨਾ ਹੈ ਉਹ ਜਦੋਂ ਮੈਨੂੰ ਬੁੱਕਸ ਅਵੇਲੇਬਲ ਹੋ ਜਾਣਗੀਆਂ ਉਦੋਂ ਤੋਂ ਸ਼ੁਰੂ ਕਰ ਦੇਵਾਂਗੇ। ਠੀਕ ਹੈ, ਥੋੜ੍ਹੇ ਹੀ ਦਿਨਾਂ ਤੋਂ। ਚਲੋ ਅਸੀਂ ਚੱਲਦੇ ਹਾਂ ਹੁਣ। ਸਤਿ ਸ਼੍ਰੀ ਅਕਾਲ, ਬਾਏ ਬਾਏ।